गुरु गरीब निवाज गुरु नानक पाग पंकज बंदन पाग पंकज बंदन सिमरां अंगद दुख निकंदन अमरदास हृदय त्याव हृदय आवा श्री गुरु रामदास गुण गावा गुरु अर्जुन विघ्नन के नाशक विघ्नन के नाशक हर गोविंद शब समत प्रकाशक श्री हर राय नमो कर जोरी नमो कर श्री हर कृष्ण मनावं बहुरी तेग बहादुर परम कृपाला परम कृपाला श्री गुरु गोविंद सिंह विशाल तरं तरा पार पुन पुन सीसा पुन पुन सीसा बंदं बार बार जगदीसा या मैं अमृत ज्ञान है मानक भगत वैराग श्री गुरु ग्रंथ साहिब उद्धत बंदं कर अनुराग एक ओंकार सतगुरु तेह प्रसाद सच होए वाहिगुरु जी की फतेह विघ्न विनाशन सोय वाहिगुरु जी की फतेह विघ्न विनाशन सोए सतनाम श्री वाहिगुरु साहिब जी श्री गुर सिखन साथ अलाए आज देग को और चलाए सुन बहलो होए खरे उचारी राबर करी सो मोहे दिहारी श्री गुर सिखन साथ अलाए वाहिगुरु जी का खालसा वाहिगुरु जी की फतेह पतत पावन कृपा निधान कोट ब्रह्मंडां दे मालक भगत वछल गरीब निवाज सर्ब सुखां दे दाते वाह वाह बाणी निरंकार है तिस जीवड़ अवर न कोई बाणी गुरु शब्द गुरु धन धन श्री गुरु ग्रंथ साहिब सच्चे पातशाह जी दी पावन पवित्र हजूरी अंदर सबाईमान परम सन्मान योग सतगुरां दी साजी निवाजी साध संगत जीओ ਵੱਡੇ ਭਾਗ ਨੇ ਅਸਾਂ ਸਾਰਿਆਂ ਦੇ ਜਿਨ੍ਹਾਂ ਨੂੰ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸਤ ਸੰਗ ਕਰਨ ਦਾ ਪਾਤਸ਼ਾਹ ਜੀ ਨੇ ਆਪ ਆਪਣੀ ਮਿਹਰ ਕਰਕੇ ਇਹ ਅਵਸਰ ਪ੍ਰਦਾਨ ਕੀਤਾ ਹੈ।
ਗੁਰੂ ਪਿਤਾ ਜੀ ਦੀ ਨਿੱਘੀ ਪਿਆਰੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਬਹੁਤ ਹੀ ਰਸ ਭਿੰਨੇ ਕੀਰਤਨ ਸਰਵਣ ਕਰਕੇ ਮਨੁੱਖਾ ਜੀਵਨ ਦੇ ਬਹੁਮੁੱਲੇ ਪਲਾਂ ਨੂੰ ਸਫਲਿਆ ਬਣਾਇਆ। ਇਸ ਪਾਵਨ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਚੱਲ ਰਹੀ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਭਾਈ ਬਹਿਲੋ ਜੀ ਨੇ ਕਿੰਨੀ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸੇਵਾ ਕੀਤੀ ਹੋਈ ਸੇਵਾ ਥਾਂ ਪੈ ਗਈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮ ਪੰਨੇ। ਕਾਲ ਸੇਵਾ ਥਾਂ ਪਈ। ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਨੇ ਗਲੇ ਨਾਲ ਲਗਾਇਆ ਤੇ ਨਾਲ ਵਡਿਆਈ ਗੁਰਮੁਖ ਦੇ ਪ੍ਰਭ। ਸਤਿਗੁਰ ਜੀ ਨੇ ਮਾਨ ਦਿੱਤਾ ਕਿ ਭਾਈ ਬਹਿਲੋ ਤੂੰ ਸਭ ਤੋਂ ਪਹਿਲੋਂ, ਤੂੰ ਮੈਨੂੰ ਸਭ ਤੋਂ ਪਹਿਲੋਂ ਆ। ਇਹ ਮਾਣ ਬਖਸ਼ਿਆ। ਹੋਰ ਸਤਿਗੁਰ ਜੀ ਦੀਆਂ ਕੀ ਅਸੀਸਾਂ ਮਿਲਦੀਆਂ ਨੇ। ਅੱਗੇ ਦੀ ਵਾਰਤਾ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਨਾਲ ਇਸ ਤਰ੍ਹਾਂ ਤਰਜ਼ੇ ਬਿਆਨ ਕਰਦੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰ ਸਿੱਖ ਨੂੰ ਸਾਥ ਅਲਾਏ, ਆਜ ਦੇਗ ਕੋ ਔਰ ਚਲਾਏ। ਕਾਰ ਸੇਵਾ ਚੱਲ ਰਹੀ ਹੈ। ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਸੇਵਾ ਨਿਭਾ ਰਹੀਆਂ ਨੇ। ਸਤਿਗੁਰੂ ਗੁਰ ਅਰਜਨ ਦੇਵ ਮਹਾਰਾਜ ਸਬਾਇਮਾਨ ਸੇਵਾ ਕਰਵਾ ਰਹੇ ਨੇ ਤੇ ਗੁਰੂ ਕੇ ਲੰਗਰ ਤਿਆਰ ਕਰਨ ਦੀ ਸੇਵਾ ਕਰਨ ਵਾਲਾ ਜੋ ਸੇਵਕ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਾ ਹੈ ਤੇ ਕਹਿੰਦਾ ਮਹਾਰਾਜ ਵੀ ਜੋ ਸੀਧਾ ਹੈ, ਜੋ ਆਟਾ ਹੈ ਉਹ ਪੀਸਿਆ ਨਹੀਂ ਜਾ ਸਕਿਆ, ਹੋਰ ਤਿਆਰ ਨਹੀਂ ਕੀਤਾ ਜਾ ਸਕਿਆ ਤੇ ਜਿਨ੍ਹਾਂ ਕੋ ਤਿਆਰ ਸੀ ਉਹਨੇ ਕੋ ਪ੍ਰਸ਼ਾਦੇ ਬਣ ਚੁੱਕੇ ਨੇ, ਸੰਗਤਾਂ 'ਚ ਵਰਤ ਰਹੇ ਨੇ ਤੇ ਅਗਾਂਹ ਆਟੇ ਦੀ ਤਿਆਰੀ ਨਹੀਂ ਹੈ। ਮਹਾਰਾਜ ਸੰਗਤਾਂ ਬਹੁਤ ਨੇ, ਇਹ ਨਾ ਹੋਵੇ ਕਿ ਲੰਗਰ ਮਸਤਾਨਾ ਹੋ ਜਾਏ। ਸਤਿਗੁਰ ਮਹਾਰਾਜ ਕਹਿੰਦੇ ਫਿਰ ਉਹ ਕਹਿੰਦੇ ਦਾਤਾ ਕੋਈ ਪਿਆਰ ਵਾਲਾ ਗੁਰੂ ਕਾ ਸਿੱਖ ਉਹ ਇਹ ਸੇਵਾ ਲੈ ਲਏ ਆਟੇ ਦੀ ਤੇ ਗੱਲ ਬਣ ਜਾਏਗੀ। ਸਤਿਗੁਰ ਮਹਾਰਾਜ ਜੀ ਨੇ ਸਿੱਖਾਂ ਦਾ ਇਕੱਠ ਹੈ, ਸੰਗਤਾਂ ਜੁੜੀਆਂ ਨੇ। ਮਹਾਰਾਜ ਕਹਿੰਦੇ ਭਾਈ ਕੋਈ ਇਹ ਫਿਰ ਸੇਵਾ ਲੈ ਸਕਦਾ। ਅੱਜ ਜਿਤਨਾ ਵੀ ਆਟਾ ਚਾਹੀਦਾ, ਅਗਰ ਕੋਈ ਸਿੱਖ ਆਪਣੀ ਕਮਾਈ ਦੇ ਵਿੱਚੋਂ ਇਹ ਸੇਵਾ ਕਰੇਗਾ ਉਹਦੀ ਕਮਾਈ 'ਚ ਬਰਕਤਾਂ ਪੈਣਗੀਆਂ। ਸਤਿਗੁਰ ਜਦੋਂ ਇਹ ਹੁਕਮ ਕਰਦੇ ਹਨ ਜੀ। ਸੁਣ ਬਹਿਲੋ ਹੋਏ ਖਰੇ ਉਚਾਰੀ, ਰਾਵਰ ਕਰੀ ਜੋ ਮੋਹੇ ਦਿਹਾੜੀ। ਭਾਈ ਬਹਿਲੋ ਜੀ ਨੇ ਜੋੜੇ ਹੱਥ, ਕਹਿੰਦਾ ਸਤਿਗੁਰੂ ਇਹ ਸੇਵਾ ਮੇਰੀ ਝੋਲੀ ਪਾ ਦੇ। ਮਹਾਰਾਜ ਕਹਿੰਦੇ ਬਹਿਲੋ ਤੈਨੂੰ ਤਾਂ ਕਈ ਮਹੀਨੇ ਹੋ ਗਏ ਨੇ ਇੱਥੇ ਆਇਆ ਨੂੰ, ਸੇਵਾ ਕਰਦਿਆਂ ਨੂੰ, ਤੇਰੇ ਕੋਲ ਮਾਇਆ ਕਿੱਥੋਂ ਆਈ ਹੈ। ਹਾਲਾਂਕਿ ਗੁਰ ਅਰਜਨ ਦੇਵ ਅੰਤਰਜਾਮੀ ਜਾਣਦੇ ਸਭ ਕੁਝ ਨੇ, ਕੇਵਲ ਭਾਈ ਬਹਿਲੋ ਜੀ ਦਾ ਪਿਆਰ ਦੇਖ ਰਹੇ ਨੇ, ਸ਼ਰਧਾ ਦੇਖ ਰਹੇ ਨੇ ਤੇ ਅਸਾਂ ਵਾਸਤੇ ਉਹ ਪੂਰਨੇ ਪਾ ਰਹੇ ਨੇ। ਮਹਾਰਾਜ ਕਹਿੰਦੇ ਤੂੰ ਸੇਵਾ ਕਰੇਂਗਾ? ਕਹਿੰਦਾ ਜੀ ਹਾਂ। ਹਜ਼ੂਰ ਕਹਿੰਦੇ ਮਾਇਆ? ਕਹਿੰਦਾ ਮਹਾਰਾਜ ਕਿ ਜੋ ਤੁਸਾਂ ਨੇ ਮੈਨੂੰ ਮਜ਼ਦੂਰੀ ਦੇਣੀ ਸੀ ਉਹ ਦਿੰਦੇ ਰਹੇ ਹੋ ਸਤਿਗੁਰੂ, ਉਹ ਮੈਂ ਖਰਚੀ ਨਹੀਂ ਹੈ। ਹਜ਼ੂਰ ਕਹਿੰਦੇ ਫਿਰ ਪ੍ਰਸ਼ਾਦਾ ਕਿੱਥੋਂ ਛਕਦਾ ਰਿਹਾ? ਕਹਿੰਦਾ ਮਹਾਰਾਜ ਮੈਂ ਹੋਰ ਸਿੱਖਾਂ ਦੇ ਕੋਲੋਂ ਮੰਗ ਕੇ ਛਕ ਲੈਂਦਾ ਰਿਹਾ, ਕਿਉਂਕਿ ਤੁਸਾਂ ਨੇ ਹੁਕਮ ਕੀਤਾ ਸੀ ਨਾ ਕਿ ਤੂੰ ਸੇਵਾ ਕਰ ਤੈਨੂੰ ਮਜ਼ਦੂਰੀ ਮਿਲੇਗੀ ਤੇ ਜਿਹੜੀ ਮਜ਼ਦੂਰੀ ਹੈ ਇਹਦਾ ਤੂੰ ਲੰਗਰ ਛਕ ਲਿਆ ਕਰੀ ਬਾਹਰੋਂ, ਗੁਰੂ ਘਰੋਂ ਨਹੀਂ। ਮਹਾਰਾਜ ਇਸ ਕਰਕੇ ਉਹ ਮਜ਼ਦੂਰੀ ਮੈਂ ਸਾਂਭ ਕੇ ਰੱਖੀ, ਸਾਰੀ ਦੀ ਸਾਰੀ ਤੁਹਾਡੇ ਚਰਨਾਂ ਵਿੱਚ ਅਰਪਣ ਕਰਦਾ ਹਾਂ ਜੀ। ਸਰਬੇ ਕਤਰ ਆਹੈ ਸੋ ਧਰੀ, ਮੈਂ ਨਿਜ ਗੁਜਰ ਅਪਰ ਬਿਦ ਕਰੀ। ਉਹ ਜਿੰਨਾ ਵੀ ਮਿਹਨਤਨਾਮਾ ਮਿਲਿਆ, ਜਿੰਨੀ ਦਿਹਾੜੀ ਜਿੰਨੀ ਮਜ਼ਦੂਰੀ ਮਿਲਦੀ ਰਹੀ,
ਸਾਰੀ ਦੀ ਸਾਰੀ ਧੰਨ ਗੁਰ ਅਰਜੁਨ ਦੇਵ ਸਾਹਿਬ ਦੇ ਚਰਨਾਂ ਵਿੱਚ ਇਹਨੇ ਭੇਟਾ ਕਰ ਦਿੱਤੀ ਜੀ, ਅਰਪਣ ਕਰ ਦਿੱਤੀ। ਤੇ ਕਹਿੰਦਾ ਦਾਤਾ ਮੈਂ ਤੇ ਗੁਜ਼ਾਰਾ ਹੋਰ ਤਰੀਕੇ ਨਾਲ ਕਰਦਾ ਰਿਹਾ ਹਾਂ ਜੀ। ਸੋ ਸਭ ਰਸਦ ਦੇਗ ਦੇਹ ਪਾਏ, ਸ਼੍ਰੀ ਪ੍ਰਭਦਾਨ ਤਿਹਾਰੋ ਖਾਏ। ਮਹਾਰਾਜ ਕਹਿੰਦੇ ਫਿਰ ਤੂੰ ਪ੍ਰਸ਼ਾਦਾ ਕਿੱਥੋਂ ਛਕਿਆ? ਮਜ਼ਦੂਰੀ ਤੂੰ ਸਾਂਭ ਕੇ ਰੱਖੀ ਹੈ, ਲੰਗਰ ਵਿੱਚ ਤੂੰ ਬੈਠਦਾ ਨਹੀਂ ਰਿਹਾ। ਤੇ ਮਹਾਰਾਜ ਕਹਿੰਦੇ ਤੂੰ ਗੁਜ਼ਾਰਾ ਕਿਵੇਂ ਕੀਤਾ? ਕਹਿੰਦਾ ਮਹਾਰਾਜ ਮੈਂ ਗੁਜ਼ਾਰਾ ਉਹ ਢੰਗ ਨਾਲ ਕਰਦਾ ਰਿਹਾ। ਸਤਿਗੁਰ ਆ ਮੇਰੀ ਸੇਵਾ ਪ੍ਰਵਾਨ ਕਰੋ, ਤੁਸੀਂ ਇਹਦੀਆਂ ਰਸ਼ਤਾਂ ਵਸ਼ਤਾਂ ਮੰਗਵਾ ਲਓ ਮਹਾਰਾਜ, ਮੈਂ ਤੁਹਾਡਾ ਹੀ ਦਿੱਤਾ ਖਾ ਰਿਹਾ। ਸ੍ਰੀ ਪ੍ਰਭਦਾਨ ਤੇ ਹਾਰੋ ਖਾਏ, ਸਤਿਗੁਰ ਮੈਂ ਤੁਹਾਡਾ ਦਿੱਤਾ ਖਾਦਾ ਹੈ। ਮਹਾਰਾਜ ਮੈਂ ਕੋਈ ਚੋਰੀ ਨਹੀਂ ਕੀਤੀ ਹੈ, ਮੈਂ ਕਿਸ ਦਾ ਹੱਕ ਵੀ ਨਹੀਂ ਮਾਰਿਆ ਹੈ। ਮਹਾਰਾਜ ਜੋ ਕੁਝ ਵੀ ਮੇਰੇ ਕੋਲ ਹੈ ਇਹ ਸਭ ਤੁਹਾਡਾ ਬਖਸ਼ਿਆ ਹੈ ਜੀ। ਸ਼੍ਰੀ ਅਰਜਨ ਸੁਣ ਬੋਲੇ ਸਿੱਖ, ਅਬ ਨਾ ਫਿਰੋ ਘਰ ਘਰ ਹਿਤ ਭਿਖਿਆ। ਸਤਿਗੁਰ ਮਹਾਰਾਜ ਜੀ ਨੇ ਪ੍ਰਸੰਨ ਹੋਏ, ਕਹਿੰਦੇ ਬੈਲ ਪਰ ਅੱਜ ਤੋਂ ਬਾਅਦ ਤੈਨੂੰ ਇਹ ਸਾਡੇ ਬਚਨ ਨੇ ਕਿ ਗੁਰੂ ਕੇ ਸਿੱਖਾ ਠੀਕ ਹੈ, ਤੂੰ ਪਹਿਲਾਂ ਅਸਾਂ ਦੇ ਬਚਨ ਸਨ ਕਿ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਨਹੀਂ ਛਕਣਾ, ਤੂੰ ਮਿਹਨਤ ਕਰ ਤੈਨੂੰ ਮਜ਼ਦੂਰੀ ਮਿਲੇਗੀ। ਤੇ ਤੂੰ ਪ੍ਰਸ਼ਾਦਾ ਕਦੇ ਕਿਸੇ ਸਿੱਖ ਦੇ ਕੋਲੋਂ ਕਦੇ ਕਿਸੇ ਦੇ ਘਰੋਂ ਛਕ ਲੈਂਦਾ ਰਿਹਾ ਲੈ ਕੇ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਐਸਾ ਨਹੀਂ ਕਰਨਾ। ਅਬ ਨਾ ਫਿਰੋ ਘਰ ਘਰ ਹਿਤ ਭਿਖਿਆ, ਕਹਿੰਦੇ ਹੁਣ ਕਿਸੇ ਦੇ ਘਰ ਜਾ ਕੇ ਤੂੰ ਪ੍ਰਸ਼ਾਦਾ ਨਹੀਂ ਮੰਗਣਾ ਹੈ ਜੀ। ਮਾਂਗ ਮਾਂਗ ਟੁਕਰੇ ਬਹੁਥਾਮਨ, ਸੋ ਸਭ ਹਮਕੋ ਕਰੋ ਖਵਾਵਨ। ਦੇਖੋ ਅੰਦਰੋਂ ਕਿੰਨਾ ਕੁ ਜੁੜ ਚੁੱਕਿਆ ਸੀ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਨਾਲ। ਸਾਹਿਬ ਜੀ ਕਹਿੰਦੇ ਨੇ ਸੱਚ ਕਰਕੇ ਜਾਣੀ ਬੈਲੋ, ਤੂੰ ਸਿੱਖਾਂ ਦੇ ਘਰਾਂ ਤੋਂ ਲੈ ਕੇ ਪ੍ਰਸ਼ਾਦਾ ਛਕਦਾ ਰਿਹਾ, ਪਰ ਤੈਨੂੰ ਨਹੀਂ ਪਤਾ ਕਿ ਜਿਹੜਾ ਪ੍ਰਸ਼ਾਦਾ ਤੂੰ ਛਕਦਾ ਰਿਹਾ ਉਹ ਸਾਡੇ ਤੱਕ ਵੀ ਪਹੁੰਚਦਾ ਰਿਹਾ। ਮਹਾਰਾਜ ਕਹਿਣ ਲੱਗੇ ਸੋ ਸਭ ਹਮਕੋ ਕਰੋ ਖਵਾਵਨ, ਜਿਹੜਾ ਸਿੱਖਾਂ ਦੀ ਕਮਾਈ ਦਾ ਪ੍ਰਸ਼ਾਦਾ ਤੂੰ ਛਕਿਆ ਤੇ ਜਿਸ ਵੇਲੇ ਤੂੰ ਛਕਦਾ ਸੀ ਨਾਲੇ ਆਪਣੇ ਮੂੰਹ 'ਚ ਮੁੱਖ 'ਚ ਗਰਾਈ ਪਾਉਂਦਾ ਸੀ ਤੇ ਨਾਲੇ ਧੰਨ ਗੁਰ ਅਰਜੁਨ ਜਦੋਂ ਕਹਿੰਦਾ ਸਾਂ ਸਜਣਾ ਸੱਚ ਕਰਕੇ ਜਾਣੀ ਕਿ ਤੇਰੇ ਮੁਖ ਦੀ ਗਰਾਈ ਇਵੇਂ ਜਾਣ ਸਾਡੇ ਤੱਕ ਪਹੁੰਚਦੀ ਰਹੀ ਹੈ। ਤੇਰਾ ਪ੍ਰਸ਼ਾਦਾ ਅਸੀਂ ਵੀ ਤੇਰੇ ਨਾਲ ਛਕਦੇ ਰਹੇ ਹਾਂ ਜੀ। ਅਬ ਲੰਗਰ ਤੇ ਕਰੋ ਆਹਾਰਾ, ਨਹਿ ਜਾਚੋ ਤੋਹਿ ਪਾਓ ਉਦਾਰਾ। ਤੇਰੇ ਅੰਦਰ ਪ੍ਰੇਮ ਬਹੁਤ ਹੈ, ਤੇਰੇ ਅੰਦਰ ਸ਼ਰਧਾ ਬਹੁਤ ਹੈ। ਮਹਾਰਾਜ ਕਹਿੰਦੇ ਤੂੰ ਸਾਡੇ ਨਾਲ ਇੰਨਾ ਕੋ ਇਕਮਿਕ ਹੋ ਚੁੱਕਿਆ ਏ ਕਿ ਤੇਰਾ ਖਾਦਾ ਹੋਇਆ ਇਵੇਂ ਲੱਗਦਾ ਜਿਵੇਂ ਸਾਨੂੰ ਪਹੁੰਚ ਜਾਂਦਾ। ਅਬ ਲੰਗਰ ਤੇ ਕਰੋ ਆਹਾਰ, ਅੱਜ ਤੋਂ ਬਾਅਦ ਤੂੰ ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣੇ, ਬਾਹਰ ਜਾ ਕੇ ਨਹੀਂ, ਕਿਸੇ ਹੋਰ ਦੇ ਕੋਲੋਂ ਨਹੀਂ, ਤੂੰ ਇਹ ਪ੍ਰਸ਼ਾਦਾ ਛਕਣਾ। ਮਹਾਰਾਜ ਕਹਿੰਦੇ ਤੇਰੇ ਅੰਦਰ ਪ੍ਰੇਮ ਬਹੁਤ ਜ਼ਿਆਦਾ ਅਸਾਂ ਦੇ ਨਾਲ, ਇਸ ਕਰਕੇ ਦੁਬਾਰਾ ਕਿਸੇ ਹੋਰ ਤੋਂ ਨਹੀਂ ਮੰਗਣਾ ਹੈ ਜੀ। ਹਮਰੀ ਕਰ ਪ੍ਰਸੰਤਾ ਐਸੇ, ਜਾਚੇ ਟੁਕਰੇ ਦੇਹੋ ਨਾ ਕੈਸੇ। ਕਹਿਣ ਲੱਗੇ ਅਸਾਂ ਦੀ ਇਹ ਪ੍ਰਸੰਨਤਾ, ਅਸਾਂ ਦੀ ਖੁਸ਼ੀ ਲੈਣੀ ਹੈ ਤੇ ਸੱਜਣਾ ਫਿਰ ਆ ਜਿਹੜਾ ਮੰਗ ਕੇ ਤੂੰ ਖਾਣਾ ਉਹ ਸਾਨੂੰ ਨਾ ਦਿਆ ਕਰ, ਕਿਉਂਕਿ ਤੇਰਾ ਖਾਦਾ ਅਸੀਂ ਤੇਰੇ ਨਾਲ ਖਾਣੇ ਆ, ਤੇਰੇ ਨਾਲ ਪ੍ਰੇਮ ਹੀ ਇੰਨਾ ਹੈ। ਮਹਾਰਾਜ ਕਹਿੰਦੇ ਇਹ ਹੁਣ ਮੰਗ ਕੇ ਜਿਹੜਾ ਪ੍ਰਸ਼ਾਦਾ ਅਸਾਂ ਨੂੰ ਨਾ ਦੇਵੋ ਜੀ। ਵਾਹਿਗੁਰੂ ਕਹਿ ਅਰਪਤ ਹਮੈ, ਟੁਕਰੇ ਦੇਤ ਸੋਖੈ ਬੇਸਮੈ। ਮਹਾਰਾਜ ਤੁਹਾਨੂੰ ਮੈਂ ਕਦੋਂ ਦੇ ਰਿਹਾ ਵਾਂ, ਮੈਂ ਤੇ ਆਪ ਆਪਣੇ ਮੁਖ ਵਿੱਚ ਪਾਉਣਾ, ਮੈਂ ਛਕਣਾ ਵਾਂ। ਸਤਿਗੁਰ ਕਹਿੰਦੇ ਜਦੋਂ ਵਾਹਿਗੁਰੂ ਕਹਿ ਕੇ ਸਾਡਾ ਧਿਆਨ ਧਰ ਕੇ, ਧੰਨ ਗੁਰ ਅਰਜੁਨ ਦੇਵ ਕਹਿ ਕੇ ਜਦੋਂ ਆਪਣੇ ਮੁਖ ਵਿੱਚ ਪਾਉਣਾ ਏ ਤੇ ਮਹਾਰਾਜ ਕਹਿੰਦੇ ਟੁਕਰੇ ਦੇਤ ਜੋ ਖੈਬੇ ਸਮੇਂ, ਜਿਸ ਵੇਲੇ ਤੂੰ ਛਕਣਾ ਏ ਤੇਰਾ ਖਾਦਾ ਇਵੇਂ ਲੱਗਦਾ ਉਹ ਅਸਾਂ ਨੂੰ ਪਹੁੰਚਦਾ ਹੈ ਜੀ। ਹਮਕੋ ਪ੍ਰਾਪਤ ਹੋਵਤ ਆਏ, ਲੈ ਗੁਰ ਨਾਮ ਅਪਰ ਦੇਖਵਾਏ। ਕਹਿਣ ਲੱਗੇ ਹਮਕੋ ਪ੍ਰਾਪਤ ਹੋਵਤ ਆਏ, ਮਹਾਰਾਜ ਕਹਿੰਦੇ ਉਹ ਸਾਰੇ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਸੱਚ ਕਰਕੇ ਜਾਣੀ ਜਿਹੜਾ ਗੁਰੂ ਦਾ ਨਾਮ ਲੈ ਕੇ ਤੂੰ ਕਿਸੇ ਮੁਖ ਦੇ ਵਿੱਚ ਵੀ ਪ੍ਰਸ਼ਾਦਾ ਪਾਉਂਦਾ ਰਿਹਾ ਉਹ ਵੀ ਸਾਨੂੰ ਆਉਂਦਾ ਰਿਹਾ। ਮੈਨੂੰ ਪਤਾ ਹੈ
ਕਿ ਤੂੰ ਸਿੱਖਾਂ ਦੇ ਕੋਲੋਂ ਮੰਗਦਾ ਰਿਹਾ ਤੇ ਕਈ ਵਾਰੀ ਆਪ ਤੋਂ ਭੁੱਖਾ ਰਹਿੰਦਾ ਰਿਹਾ ਤੇ ਉਹ ਲੋੜਵੰਦਾਂ ਨੂੰ ਛਕਾ ਦਿੰਦਾ ਰਿਹਾ, ਕਿਸੇ ਹੋਰ ਦੇ ਮੁਖ ਵਿੱਚ ਪਾਉਂਦਾ ਰਿਹਾ ਹੈ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਕਹਿ ਕੇ ਅਸਾਂ ਨੂੰ ਚੇਤੇ ਕਰਕੇ ਜੋ ਦੂਸਰਿਆਂ ਦੇ ਮੁਖ ਵਿੱਚ ਪਾਉਂਦਾ ਰਿਹਾ ਉਹ ਵੀ ਅਸਾਂ ਨੂੰ ਪਹੁੰਚਦਾ ਰਿਹਾ ਹੈ ਜੀ। ਆਦੋ ਭੋਜਨ ਆਪ ਅਚਾਏ ਹੈ, ਅਰਧ ਗੁਰੂ ਹਿਤ ਤੂੰ ਵਰ ਪਾਏ ਹੈ। ਕਿਉਂਕਿ ਅੱਧਾ ਕੋ ਭੋਜਨ ਤੂੰ ਆਪ ਛਕਦਾ ਸੀ ਤੇ ਅੱਧਾ ਕੋ ਭੋਜਨ ਗੁਰੂ ਨਿਮਿਤ ਗੁਰੂ ਹਿਤ ਤੂੰ ਦੂਸਰਿਆਂ ਨੂੰ ਛਕਾ ਦਿੰਦਾ ਸੀ, ਤੂੰ ਦੂਜਿਆਂ ਦੀ ਸੇਵਾ ਕਰਦਾ ਸੀ ਜੀ। ਅਜੋ ਸੋ ਅਚਬੋ ਦੇਗ ਆਹਾਰਾ, ਕਰੋ ਪ੍ਰੇਮ ਸੋ ਤੀਰਥ ਕਰ। ਇਸ ਕਰਕੇ ਮਹਾਰਾਜ ਕਹਿੰਦੇ ਹੁਣ ਤੂੰ ਪੰਗਤ ਵਿੱਚ ਬੈਠ ਕੇ ਲੰਗਰ ਪ੍ਰਸ਼ਾਦ ਛਕਣਾ ਹੈ ਤੇ ਪ੍ਰੇਮ ਦੇ ਨਾਲ। ਮਹਾਰਾਜ ਕਹਿੰਦੇ ਹੁਣ ਪਹਿਲਾਂ ਤੈਨੂੰ ਮਜ਼ਦੂਰੀ ਦਿੰਦੇ ਸੀ, ਹੁਣ ਮਜ਼ਦੂਰੀ ਨਹੀਂ ਮਿਲੇਗੀ, ਹੁਣ ਕੇਵਲ ਅਸੀਸਾਂ ਤੇ ਬਖਸ਼ੀਸਾਂ ਮਿਲਣਗੀਆਂ। ਮਹਾਰਾਜ ਕਹਿੰਦੇ ਹੁਣ ਪ੍ਰੇਮ ਦੇ ਨਾਲ ਸੋ ਤੀਰਥਕਾਰਾ, ਪ੍ਰੇਮ ਦੇ ਨਾਲ ਹੁਣ ਇਹ ਤੀਰਥ ਵਾਲੀ ਸਰੋਵਰ ਵੇਲੀ ਜਿਹੜੀ ਕਾਰ ਸੇਵਾ ਚੱਲਦੀ ਇਹ ਕਾਰ ਕਰਨੀ ਹੈ ਜੀ। ਸੁਣ ਬਹਿਲੋ ਮਾਨੀ ਗੁਰਬਾਣੀ, ਕਰਨ ਲੱਗਿਓ ਤਿਮ ਜਥਾ ਬਖਾਨੀ। ਭਾਈ ਬਹਿਲੋ ਜੀ ਕਹਿੰਦਾ 7 ਬਚਨ ਜਿਵੇਂ ਸਤਿਗੁਰੂ ਜੀ ਆਪ ਜੀ ਦੀ ਆਗਿਆ, ਜਿਵੇਂ ਆਪ ਜੀ ਦਾ ਹੁਕਮ ਹੈ, ਗੁਰੂ ਜੀ ਦੇ ਬਚਨ ਮੰਨ ਕੇ ਉਸੇ ਤਰ੍ਹਾਂ ਇਹ ਕਰਨ ਲੱਗ ਪਿਆ ਜਿਵੇਂ ਸਤਿਗੁਰੂ ਜੀ ਨੇ ਫਰਮਾਇਆ ਹੈ ਜੀ। ਬਹੁ ਨਰਖਨ ਹੈ ਓਠਾ ਮਹਿ ਭਾਰ, ਕਰਹਿ ਬ੍ਰਿੰਦ ਮ੍ਰਿਤਕਾ ਕੀ ਕਾਰ। ਹੁਣ ਭਾਵ ਕਿ ਉੱਥੇ ਬਹੁਤ ਸਾਰੇ ਗੁਰੂ ਕੇ ਸਿੱਖ ਨੇ, ਵਿਅਕਤੀ ਨੇ, ਕੁਝ ਉਹ ਨੇ ਕਿ ਜੋ ਕਹੀਆਂ ਦੇ ਨਾਲ ਮਿੱਟੀ ਪੁੱਟ ਰਹੇ ਨੇ ਤੇ ਵੱਡੇ ਵੱਡੇ ਟੋਕਰੇ ਤੇ ਬਾਟੇ ਭਰ ਰਹੇ ਨੇ। ਕੁਝ ਉਹ ਨੇ ਕਿ ਜੋ ਆਪਣੇ ਸਿਰ ਤੇ ਉਹ ਬਾਟੇ ਟੋਕਰੇ ਚੱਕ ਕੇ ਲੈ ਕੇ ਜਾਂਦੇ ਨੇ। ਉਹ ਜਿਹੜੀ ਮਿੱਟੀ ਆ ਦੂਰ ਜਿੱਥੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਉੱਥੇ ਸੁੱਟ ਕੇ ਆਉਂਦੇ ਹਨ ਜੀ। ਬਹਿਲੋ ਧਰੇ ਟੋਕਰਾ ਆਗੈ, ਖਨਹਿ ਸਿੱਖ ਇੱਕ ਭਰਬੇ ਲਾਗੈ। ਹੁਣ ਭਾਈ ਬਹਿਲੋ ਜੀ ਕੀ ਕਰਦੇ ਨੇ, ਉਹ ਜਿਹੜਾ ਟੋਕਰਾ ਮਿੱਟੀ ਵਾਲਾ ਪਿਆਰ ਜਿਹੜਾ ਭਰਿਆ ਜਾਂਦਾ ਆਪਣੇ ਸਿਰ ਤੇ ਚੱਕਦੇ ਨੇ, ਸੁੱਟ ਕੇ ਆਉਂਦੇ ਨੇ। ਬਹਿਲੋ ਤਹੈ ਟੋਕਰਾ ਆ ਗਏ। ਭਾਈ ਬਹਿਲੋ ਉੱਪਰ ਆਪਣਾ ਟੋਕਰਾ ਜੋ ਕਹੀ ਦੇ ਨਾਲ ਮਿੱਟੀ ਪੱਟ ਰਿਹਾ ਉਹਦੇ ਅੱਗੇ ਰੱਖ ਦਿੰਦੇ ਨੇ ਤੇ ਕਹਿੰਦੇ ਸੱਜਣਾ ਮੇਰੇ ਟੋਕਰੇ 'ਚ ਮਿੱਟੀ ਪਾ, ਇਹਨੂੰ ਚੰਗੀ ਤਰ੍ਹਾਂ ਭਰ। ਲਿਆ ਕੇ ਜਦੋਂ ਟੋਕਰਾ ਅੱਗੇ ਰੱਖ ਦਿੰਦੇ ਹਨ ਜੀ। ਬਹੁਤ ਮ੍ਰਿਤਕਾ ਪਾਮਹਿ ਤਾਹੇ, ਇਹ ਤਿੰਨ ਕੋ ਕਿਮ ਬਰਜਤ ਨਾਹੈ। ਭਾਈ ਸਾਹਿਬ ਜੀ ਲਿਖਦੇ ਨੇ ਕਮਾਲ ਦੀ ਬਾਤ ਇਹ ਹੈ ਕਿ ਜਿਹੜਾ ਮਿੱਟੀ ਭਰਨ ਵਾਲਾ ਹੈ ਨਾ ਕਈ ਨਾਲ ਪੱਟ ਕੇ, ਬਾਕੀਆਂ ਦੇ ਟੋਕਰੇ 'ਚ ਮਿੱਟੀ ਥੋੜੀ ਥੋੜੀ ਪਾਉਂਦਾ ਹੈ, ਪਰ ਜਦੋਂ ਭਾਈ ਬਹਿਲੋ ਦਾ ਟੋਕਰਾ ਆਉਂਦਾ ਹੈ ਨਾ ਇਹਨੂੰ ਐਨ ਚੰਗੀ ਤਰ੍ਹਾਂ ਭਰ ਦਿੰਦਾ ਹੈ। ਇਹਦੇ ਵਿੱਚ ਮਿੱਟੀ ਹੋਰ ਨਾਲੋਂ ਜ਼ਿਆਦਾ ਪਾਉਂਦਾ ਹੈ ਤੇ ਕਮਾਲ ਦੀ ਬਾਤ ਇਹ ਹੈ ਕਿ ਉਹ ਜਿੰਨਾ ਮਰਜ਼ੀ ਟੋਕਰਾ ਭਰੀ ਜਾਂਦਾ ਹੈ ਲੇਕਿਨ ਭਾਈ ਬਹਿਲੋ ਉਹਨੂੰ ਵਰਜਦਾ ਹੀ ਨਹੀਂ, ਮਨਾ ਨਹੀਂ ਕਰਦਾ ਕਿ ਸਜਣਾ ਤੂੰ ਮਿੱਟੀ ਇਹ ਨਹੀਂ ਪਾ ਦਿੱਤੀ ਮੈਂ ਚੱਕਾਂ ਕਿਵੇਂ, ਨਾ ਇਨਕਾਰ ਕਰਦਾ ਹੀ ਨਹੀਂ। ਪਾਈ ਜਾ ਪਾਈ ਜਾ, ਮੈਂ ਥੋੜਾ ਚੱਕਣੀ ਹੈ, ਇਹ ਤੇ ਗੁਰੂ ਨੇ ਕਿਰਪਾ ਕਰਕੇ ਆਪੀ ਚੁਕਾ ਲੈਣੀ। ਮਨ ਦੀ ਭਾਵਨਾ ਇਹ ਹੈ ਜੀ। ਹੁਣ ਇਹ ਕਹਿਣ ਲੱਗੇ ਦੇਖਦਾ ਹੈ ਭਾਈ ਬਹਿਲੋ ਜੀ ਉਹ ਮਿੱਟੀ ਪਾਈ ਜਾਂਦਾ ਭਰੀ ਜਾਂਦਾ ਟੋਕਰਾ, ਲੇਕਿਨ ਇਹ ਤਿੰਨ ਕੋ ਕਿਮ ਵਰਜਤ ਨਾਹੇ। ਭਾਈ ਬਹਿਲੋ ਜੀ ਉਹਨੂੰ ਵਰਜਦੇ ਨਹੀਂ ਹਨ ਜੀ। ਪਰਹਿ ਸੋ ਮ੍ਰਿਤਕਾ ਤਿਨਹੁ ਅਗਾਰੀ, ਧਰਹਿ ਟੋਕਰਾ ਕਰਹਿ ਸੋ ਭਾਰੀ। ਪਿਆਰਿਓ ਹੁਣ ਭਾਈ ਵਾਹਿ ਬਹਿਲੋ ਜੀ ਉਹਦੇ ਅੱਗੇ ਟੋਕਰਾ ਰੱਖਦੇ ਨੇ, ਉਹ ਮਿੱਟੀ ਭਰੀ ਜਾਂਦਾ ਹੈ। ਜਦੋਂ ਉਹ ਮਿੱਟੀ ਭਰੀ ਜਾਂਦਾ ਹੈ ਤੇ ਭਾਈ ਬਹਿਲੋ ਜੀ ਟੋਕਰੇ ਵੱਲ ਤਾਂ ਦੇਖਦੇ ਹੀ ਨਹੀਂ ਹਨ ਜੀ। ਆਪ ਗੁਰੂ ਦੇਸ਼ ਟਕ ਚਖ ਲਾਵੈ, ਇਤੇ ਉਤੇ ਦ੍ਰਿਸ਼ਟ ਨਾ ਕਬਹੂ ਚਲਾਵੈ। ਸਾਹਿਬ ਧੰਨ ਗੁਰ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਥੇ ਸੁਭਾਇਮਾਨ ਹੋ ਕੇ ਜੋ ਸਾਰੀ ਸੇਵਾ ਕਰਵਾ ਰਹੇ ਨੇ, ਭਾਈ ਬਹਿਲੋ ਜੀ ਟਿਕ ਟਿਕੀ ਲਗਾ ਕੇ ਧੰਨ ਗੁਰ ਅਰਜੁਨ ਦੇ ਮਹਾਰਾਜ ਜੀ ਦੇ ਪਾਵਨ ਮੁਖ ਵੱਲ ਦੇਖੀ ਜਾਂਦੇ ਨੇ, ਟੋਕਰੇ ਵੱਲ ਧਿਆਨ ਹੀ ਨਹੀਂ ਦਿੰਦੇ। ਕਿੰਨੀ ਕੁ ਮਿੱਟੀ ਪੈ ਗਈ ਹੈ, ਕਿੰਨੀ ਕੁ ਮਿੱਟੀ ਭਰ ਦਿੱਤੀ ਹੈ, ਇਸ ਕਈਆਂ ਨਾਲ ਪੱਟ ਕੇ ਪਾਉਣ ਵਾਲੇ ਨੇ ਨਾ। ਇਹ ਤਿਉ ਤਾਂ ਦ੍ਰਿਸ਼ਟ ਨਾ ਕਬੂ ਚਲਾਵੇ। ਭਾਈ ਬਹਿਲੋ ਜੀ
ਇਧਰ ਸੱਜੇ ਖੱਬੇ ਉਧਰ ਆਦਰ ਤੱਕਦੇ ਹੀ ਨਹੀਂ। ਉਹਨਾਂ ਦਾ ਧਿਆਨ ਕੇਵਲ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਵੱਲ ਹੁੰਦਾ ਹੈ ਜੀ। ਜਬ ਮੁਖ ਕੋ ਦੇਖਤ ਰਹੈ ਚੁਕ ਹੋ ਸੀਸ ਪਰ ਜਬ ਨਰ ਕਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਮੁਖ ਵੱਲ ਟਿਕ ਟਿਕੀ ਲਗਾ ਕੇ ਭਾਈ ਬਹਿਲੋ ਜੀ ਦੇਖੀ ਜਾਂਦੇ ਨੇ। ਓਨੀ ਦੇਰ ਤੱਕੀ ਜਾਂਦੇ ਨੇ ਕਿ ਜਿੰਨੀ ਦੇਰ ਟੋਕਰਾ ਚੁਕਾਉਣ ਵਾਲਾ ਇਹ ਨਹੀਂ ਨਾ ਕਹਿੰਦਾ ਕਿ ਭਾਈ ਬਹਿਲੋ ਜੀ ਟੋਕਰਾ ਭਰ ਗਿਆ ਹੁਣ ਤਾਂ ਉਠਾ ਲਓ, ਸੀਸ ਉੱਤੇ ਚੱਕ ਲਓ। ਓਨੀ ਦੇਰ ਸਤਿਗੁਰੂ ਮਹਾਰਾਜ ਜੀ ਵੱਲ ਦੇਖੀ ਜਾਂਦੇ। ਉਹ ਨਾਲ ਸਾਨੂੰ ਸਮਝਾ ਰਹੇ ਨੇ। ਇਹ ਸਾਨੂੰ ਸੁਣਨ ਵਾਲਿਆਂ ਤੇ ਪੜਨ ਵਾਲੇ ਸਮਝਾਉਂਦੇ ਨੇ ਕਿ ਗੁਰੂ ਕੀ ਸਿੱਖਾ, ਜੇ ਤੂੰ ਗੁਰੂ ਘਰ ਆਣ ਕੇ ਸੇਵਾ ਕਰਨੀ ਹੈ ਨਾ, ਸੇਵਾ ਕੋਈ ਵੀ ਕਰੀ ਜਾ, ਸੱਜੇ ਖੱਬੇ ਨਾ ਦੇਖ, ਧਿਆਨ ਆਪਣੇ ਗੁਰੂ ਦੇ ਚਰਨਾਂ ਦਾ ਰੱਖ। ਇਹ ਨਾ ਵੇਖ ਕਿ ਫਲਾਣਾ ਕੀ ਕਰਦਾ ਪਿਆ, ਉਹ ਕੀ ਕਰਦਾ ਪਿਆ। ਹੁਣ ਕਈ ਵਾਰੀ ਐਸੀ ਹੁੰਦਾ ਜੀ, ਸੇਵਾ ਕਰਨ ਵਾਲੇ ਬੜੇ ਪਿਆਰ ਨਾਲ ਸੇਵਾ ਕਰਦੇ ਨੇ, ਪਰ ਐਸਾ ਹੁੰਦਾ ਮਤ ਥੋੜੀ ਸੇਵ ਗਵਾਈ ਹੈ। ਉਹ ਕੀਤੀ ਹੋਈ ਸੇਵਾ ਆਪਣੀ ਅੰਜਾਈ ਗਵਾ ਲੈਂਦੇ ਨੇ। ਕਿਉਂ? ਉਹ ਸੇਵਾ ਤੇ ਕਰਦੇ ਨੇ, ਪਰ ਸੇਵਾ ਕਰਦੇ ਨਾਲ ਨਾ ਨੁਕਤਾਚੀਨੀ ਕਰੀ ਜਾਂਦੇ। ਉਹ ਨਹੀਂ ਆਹ ਕਰਦਾ ਪਿਆ, ਉਹ ਇਦਾਂ ਆਣ ਕੇ ਬੈਠਾ ਜੀ, ਉਹਨੇ ਆਹ ਕਰ ਦਿੱਤਾ ਜੀ, ਉਹ ਆਹ ਚੱਕ ਕੇ ਲੈ ਗਿਆ ਜੀ। ਨਾ, ਗੁਰੂ ਕੇ ਸਿੱਖਾ ਤੂੰ ਧਿਆਨ ਆਪਣਾ ਗੁਰੂ ਵਰਗਾ ਕੋਈ ਕੁਝ ਕਰਦਾ ਤੂੰ ਕਰੀ ਜਾਣਗੇ, ਤੂੰ ਕੀ ਲੈਣਾ। ਤੂੰ ਸੇਵਾ ਕਰੀ ਜਾ, ਧਿਆਨ ਗੁਰੂ ਚਰਨਾਂ ਵਿੱਚ ਟਿਕਾ। ਜੇ ਤੂੰ ਬਰਤਨ ਮਾਂਜਣਾ ਹੈ ਤੇ ਤੂੰ ਆਪਣੇ ਧਿਆਨ ਨਾਲ ਗੁਰੂ ਗੁਰੂ ਜਪਦਾ, ਗੁਰੂ ਕੇ ਸੰਗਤਾਂ ਦੇ ਝੂਠੇ ਬਰਤਨ ਮਾਂਜੀ ਜਾ। ਸੱਜੇ ਖੱਬੇ ਨਾ ਦੇਖ ਵੀ ਉਹ ਕਰਦਾ, ਉਹ ਕੀ ਕਰਦਾ, ਉਹ ਥਾਰ ਰੱਖ ਕੇ ਚਲਿਆ ਗਿਆ, ਉਹਨੇ ਇਹ ਨਹੀਂ ਕੀਤਾ। ਨਾ, ਤੂੰ ਕੀ ਲੈਣਾ। ਇਹ ਸਾਡੇ ਵਾਸਤੇ ਪੂਰਨੇ ਪਾਏ ਨੇ ਇਹ ਭਾਈ ਬਹਿਲੋ ਜੀ ਨੇ। ਭਾਈ ਬਹਿਲੋ ਜੀ ਧਿਆਨ ਗੁਰੂ ਚਰਨਾਂ 'ਚ ਟਿਕਾ ਕੇ ਰੱਖਦੇ ਨੇ। ਜਦੋਂ ਟੋਕਰਾ ਚੰਗੀ ਤਰ੍ਹਾਂ ਭਰ ਜਾਂਦਾ ਹੈ ਤੇ ਫਿਰ ਉਹ ਕਹਿੰਦੇ ਨੇ ਭਾਈ ਬਹਿਲੋ ਟੋਕਰਾ ਭਰ ਗਿਆ, ਹੁਣ ਹੋਰ ਤਾਂ ਮਿੱਟੀ ਪੈਣੀ ਕੋਈ ਨਹੀਂ, ਇਹਨੂੰ ਆਪਣੇ ਸਿਰ ਤੇ ਉਠਾ ਲਵੋ ਜੀ। ਦੋਏ ਤ੍ਰੈ ਨਰ ਉਠਵਾਮਨ ਕਰੈ, ਗਿਨਹਿ ਨ ਕਛੂ ਸੋ ਸਿਰ ਪਰ ਧਰੈ। ਹੁਣ ਪਿਆਰਿਓ, ਆਮ ਜਿਹੜੇ ਸਿੱਖ ਨੇ ਉਹਨਾਂ ਦੀ ਟੋਕਰੀ 'ਚ ਇੰਨੀ ਕੋ ਮਿੱਟੀ ਹੈ, ਕੇਵਲ ਇੱਕ ਵਿਅਕਤੀ ਹੀ ਉਹ ਹੱਥ ਪਾ ਕੇ ਉਠਾ ਕੇ ਤੇ ਇਹਨਾਂ ਦੇ ਸਿਰ ਤੇ ਰੱਖ ਦਿੰਦਾ ਹੈ। ਪਰ ਲੇਕਿਨ ਭਾਈ ਬਹਿਲੋ ਜੀ ਉਹਨਾਂ ਦਾ ਟੋਕਰਾ ਹੀ ਇੰਨਾ ਭਾਰਾ ਏ ਕਿ 2-3 ਸਿੱਖ ਹੋਰ ਲੱਗਦੇ ਨੇ। ਉਹ ਫਿਰ ਹੱਥ ਪਾ ਕੇ ਟੋਕਰਾ ਚੱਕ ਕੇ ਇਹਨਾਂ ਦੇ ਸੀਸ ਉੱਤੇ ਟਿਕਾਉਂਦੇ ਹਨ ਜੀ। ਵਹਿਰ ਗੇਰ ਪੁਨਿਆ ਵਹਿ ਦੌਰ, ਗੁਰਮੁਖ ਪਿਖੈ ਫਿਰੈ ਤਿਸ ਠੌਰ। ਲੇਕਿਨ ਭਾਈ ਬਹਿਲੋ ਜੀ ਆਖਦੇ ਨਹੀਂ ਕਿ ਮਿੱਟੀ ਜ਼ਿਆਦਾ ਪਾ ਦਿੱਤੀ ਏ, ਟੋਕਰਾ ਜ਼ਿਆਦਾ ਭਾਰਾ ਏ, ਮੇਰੇ ਕੋਲ ਚੱਕਿਆ ਨਹੀਂ ਜਾਣਾ, ਉਠਾਇਆ ਨਹੀਂ ਜਾਣਾ। ਬਿਲਕੁਲ ਨਹੀਂ। ਜਿੰਨੀ ਮਰਜੀ ਮਿੱਟੀ ਪਾ ਕੇ ਟੋਕਰਾ ਭਰ ਕੇ 2-3 ਵਿਅਕਤੀ ਸਿੱਖ ਇਹਨਾਂ ਦੇ ਸਿਰ ਤੇ ਟਿਕਾ ਦਿੰਦੇ ਨੇ। ਵਹਿਰ ਗੇਰ ਪੁਨ ਆਵੇਂ ਦੌਰ, ਇਹ ਜਾਂਦੇ ਨੇ, ਇਹ ਮਿੱਟੀ ਬਾਹਰ ਸੁੱਟ ਕੇ ਫਿਰ ਦੌੜ ਕੇ ਆ ਜਾਂਦੇ ਨੇ। ਗੁਰਮੁਖ ਪਿਕੈ ਥਿਰੈ ਤਿਸ ਠੌਰ, ਆਣ ਕੇ ਫਿਰ ਟੋਕਰਾ ਰੱਖ ਕੇ ਤੇ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਵੱਲ ਤੱਕਣ ਲੱਗ ਪੈਂਦੇ ਹਨ ਜੀ। ਹਸਣ ਹੇਤ ਨਰ ਭਰੈ ਵਿਸਵਾਲ, ਕੇਤਕ ਮਣ ਮ੍ਰਿਤਕਾ ਕੇ ਨਾਲ। ਹੁਣ ਜਿਹੜੇ ਮਿੱਟੀ ਭਰਨ ਵਾਲੇ ਨੇ ਉਹ ਵੀ ਫਿਰ ਕਈ ਵਾਰੀ ਹਾਸਾ ਮਜ਼ਾਕ ਕਰਦੇ ਨਾ, ਉਹ ਲੋੜ ਤੋਂ ਵੱਧ ਮਿੱਟੀ ਪਾਈ ਜਾਂਦੇ ਨੇ। ਔਰ ਆਪ ਜੀ ਨੇ ਵੀ ਕਈ ਵਾਰੀ ਐਸਾ ਦੇਖਿਆ ਹੋਵੇਗਾ ਆਪਣੇ ਪਿੰਡਾਂ ਦੇ ਵਿੱਚ ਨਾ ਪਿਆਰਿਓ, ਉੱਥੇ ਵੀ ਕਾਰ ਸੇਵਾ ਵਾਲੀਆਂ ਗੱਡੀਆਂ ਆਉਂਦੀਆਂ ਨੇ। ਕਦੇ ਗੁਰੂ ਕੇ ਬਾਗ ਵਾਲੇ ਆਉਂਦੇ ਨੇ, ਕਦੇ ਖਡੂਰ ਸਾਹਿਬ ਵਾਲੀਆਂ ਗੱਡੀਆਂ ਆਉਂਦੀਆਂ ਨੇ। ਸੇਵਾ ਜੋ ਗੁਰੂ ਘਰਾਂ ਵਿੱਚ ਨਾ ਚੱਲਦੀ ਹੈ, ਤੇ ਉੱਥੇ ਆਪ ਜੀ ਨੇ ਜੇ ਉਹ ਹਾਜ਼ਰੀ ਭਰੀ ਹੋਵੇਗੀ ਨਾ ਸੇਵਾ ਦੇ ਵਿੱਚ, ਤੇ ਦੇਖਿਆ ਹੋਵੇਗਾ ਉੱਥੇ ਵੀ ਕੀ ਕੀਤਾ ਜਾਂਦਾ ਨਾ, ਜਦੋਂ ਜਿਹਦੀ ਇੱਕ ਦੂਸਰੇ ਤੋਂ ਵੱਧ ਨਾ ਉਹ ਕਈ ਵੀ ਫੇਰੀ ਜਾਂਦੀ ਹੈ। ਮਿੱਟੀ ਵੀ ਭਾਰ ਜਿਹੜਾ ਵੱਧ ਤੋਂ ਵੱਧ ਚੱਕਦੇ ਨੇ ਉੱਥੇ, ਕਿ ਹੋਰ ਪਾ ਐਦਾਂ ਹੁੰਦਾ ਜੀ। ਸਾਰੇ ਜਦੋਂ ਰਲੇ ਹੁੰਦੇ ਨੇ ਬੜੀ ਸੇਵਾ ਕਰਦੇ ਨੇ। ਇਸੇ ਤਰ੍ਹਾਂ ਹੁਣ ਕੀ ਹੈ ਜੀ, ਜਿਹੜੇ ਮਿੱਟੀ ਕਈਆਂ ਨਾਲ ਪੱਟ ਕੇ ਟੋਕਰਾ ਭਰਨ ਵਾਲੇ ਨੇ, ਉਹ ਕਹਿੰਦੇ ਨੇ ਹਾਸੇ ਮਜ਼ਾਕ ਦੇ ਨਾਲ ਪਿਆਰ ਹੋਰ ਟੋਕਰਾ ਭਰੀ ਜਾਂਦੇ ਨੇ। ਹਸਨ ਹੇਤ ਨਰ ਭਰੈ ਬਸਾਲ, ਕਹਿਣ ਲੱਗੇ ਉਹ ਜਿਹੜੇ ਸਿੱਖ ਨੇ ਮਿੱਟੀ ਭਰਨ ਵਾਲੇ, ਉਹ ਫਿਰ ਹੋਰ ਕਹਿੰਦੇ ਮਜ਼ਾਕ ਵਜੋਂ ਇਹਦੇ ਟੋਕਰੇ 'ਚ ਬਹੁਤ ਜ਼ਿਆਦਾ ਮਿੱਟੀ ਪਾ ਦਿੰਦੇ ਹਨ ਜੀ। ਸਭ ਮਿਲ ਕਰਹਿ ਹਾਸ ਤਿਸ ਕੇਰੇ, ਕੁਛ ਨਾ ਗਨਹਿ ਗੁਰੂ ਦੇਸ਼ ਹੇਰੇ। ਉਹ ਵੇਖਦੇ ਨੇ ਭਲਾ ਮਨਾ ਕਰਦਾ ਕਿ ਨਹੀਂ ਕਰਦਾ, ਕਿੰਨੀ ਕੋ ਮਿੱਟੀ ਚੱਕਦਾ, ਕਿੰਨਾ ਕੋ ਪਾਰ ਉਠਾਏਗਾ। ਉਹ ਇਹਦਾ ਹਾਸਾ ਮਜ਼ਾਕ ਵੀ ਕਰਦੇ ਨੇ। ਪਰ ਹਾਂ, ਸਭ ਮਿਲ ਕਰਹਿ ਹਾਸ ਤਿਸ ਕੇਰੇ, ਸਾਰੇ ਮਿਲ ਕੇ ਇਹਦੇ ਨਾਲ ਹਾਸਾ ਠੱਠਾ ਕਰਦੇ ਨੇ। ਪਰ ਭਾਈ ਬਹਿਲੋ ਉਹਨਾਂ ਵੱਲ ਧਿਆਨ ਹੀ ਕੋਈ ਨਹੀਂ ਦਿੰਦਾ।
ਉਹ ਵੇਖਦਾ ਹੀ ਨਹੀਂ ਵੀ ਇਹ ਮੈਨੂੰ ਮਜ਼ਾਕ ਵੀ ਕਰਦੇ ਪਏ ਨੇ। ਗੁਰਮੁਖ ਪਿਖੈ ਕਹਿਣ ਲੱਗੇ ਇਹ ਕੁਛ ਨੇ ਗਨੇ ਗੁਰੂ ਦੇ ਸਹੇਰੇ। ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਵੱਲ ਭਾਈ ਬਹਿਲੋ ਜੀ ਤੱਕੀ ਜਾਂਦੇ ਨੇ। ਇਹ ਕੀ ਕਹਿੰਦੇ ਨੇ, ਕੀ ਕਰਦੇ ਨੇ, ਇਧਰ ਧਿਆਨ ਹੀ ਨਹੀਂ ਜਾਂਦਾ ਹੈ ਜੀ। ਭਾਰ ਉਠਾਵਹਿ ਜੇ ਤਕ ਪਾਵਹਿ ਵਹਿਰ ਗੇਰ ਦੌੜਤ ਪੁਨਿਆਵਹਿ। ਜਿੰਨਾ ਮਰਜੀ ਉਹ ਭਰ ਦਿੰਦੇ ਨੇ, ਭਾਰੀ ਕਰ ਦਿੰਦੇ ਟੋਕਰੀ। ਭਾਈ ਬਹਿਲੋ ਜੀ ਨੇ ਕੋਈ ਪਰਵਾਹ ਨਹੀਂ, ਧਿਆਨ ਗੁਰੂ ਚਰਨਾਂ ਦਾ ਧਰ ਕੇ ਪਿਆਰੋ ਟੋਕਰੀ ਉਠਾ ਕੇ ਲੈ ਜਾਂਦੇ ਨੇ ਬਾਹਰ ਸੁੱਟ ਕੇ ਮਿੱਟੀ, ਫਿਰ ਦੌੜ ਕੇ ਉਹਨਾਂ ਦੇ ਕੋਲ ਆ ਜਾਂਦੇ ਹਨ ਜੀ। ਮੁਖ ਤੇ ਮੌਨ ਕਹੈ ਨਹਿ ਕਾਹੂ ਪਿਖੈ ਪ੍ਰੇਮ ਰਾਤਾ ਰੰਗ ਮਾਹੂ। ਆਪਣੇ ਮੁਖ ਤੋਂ ਕੁਛ ਨਹੀਂ ਬੋਲਦੇ, ਧਿਆਨ ਗੁਰੂ ਚਰਨਾਂ ਵਿੱਚ ਹੈ, ਮਨ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਹੈ। ਮੁਖ ਦੇ ਵਿੱਚੋਂ ਕੇਵਲ ਵਾਹਿਗੁਰੂ 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 ਹੀ ਨਿਕਲਦਾ ਹੈ। ਕੋਈ ਕਿਸੇ ਨਾਲ ਗੱਲਬਾਤ ਨਹੀਂ, ਬੋਲਦੇ ਨਹੀਂ। ਪਿਆਰ ਇੱਕ ਦੋ ਵਾਰੀ ਉਹਨਾਂ ਸਿੱਖਾਂ ਨੇ ਮਜ਼ਾਕ ਵਿੱਚ ਮਿੱਟੀ ਬਹੁਤ ਜ਼ਿਆਦਾ ਹੀ ਪਾ ਦਿੱਤੀ। ਬਹਿਲੋ ਜੀ ਨੇ ਕੋਈ ਪਰਵਾਹ ਨਾ ਕੀਤੀ। ਪਿਖੇ ਪ੍ਰੇਮ ਰਾਤਾ ਰੰਗ ਮਾਹੂ। ਜਦੋਂ ਉਹਨਾਂ ਸਿੱਖਾਂ ਨੇ ਵੇਖਿਆ ਇਹ ਤੇ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾ ਚੁੱਕਾ ਏ, ਇਹ ਤੇ ਗੁਰੂ ਦੇ ਪ੍ਰੇਮ ਦੇ ਵਿੱਚ ਗੜੂੰਦ ਹੋ ਚੁੱਕਾ ਏ, ਇਹਨੂੰ ਤੇ ਇਸ ਟੋਕਰੇ ਨਾਲ ਸਾਡੀਆਂ ਕਈਆਂ ਨਾਲ ਸਾਡੇ ਮਜ਼ਾਕਾਂ ਦੇ ਨਾਲ ਇਹਦਾ ਤੇ ਹੁਣ ਅੰਦਰੋਂ ਸੰਬੰਧ ਹੀ ਟੁੱਟ ਚੁੱਕਾ ਹੈ ਜੀ। ਜਬ ਲਗ ਗੁਰ ਬੈਠੇ ਖਨਵਾਵਹਿ ਤਬ ਲਗ ਤੇ ਠਾਂ ਕਾਰ ਕਮਾਵਹਿ। ਜਿੰਨੀ ਦੇਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉੱਥੇ ਬੈਠ ਕੇ ਆਪ ਖੁਦਵਾਈ ਕਰਵਾ ਰਹੇ ਨੇ ਤਾਲ ਦੀ, ਉਨੀ ਦੇਰ ਤੱਕ ਭਾਈ ਬਹਿਲੋ ਜੀ ਇਹ ਟੋਕਰਾ ਢੋਣ ਦੀ, ਮਿੱਟੀ ਢੋਣ ਦੀ ਸੇਵਾ ਨਿਭਾਉਂਦੇ ਰਹਿੰਦੇ ਨੇ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਧੰਨ ਗੁਰ ਅਰਜੁਨ ਦੇਵ ਮਹਾਰਾਜ ਸਾਹਮਣੇ ਹਨ ਜੀ। ਜਬ ਸ੍ਰੀ ਗੁਰ ਰਾਜ ਹੈ ਥਾਲਿਆ ਔਰ ਕਰ ਹੈ ਕਾਰ ਭਜਾਵਨ ਠੋਰ। ਤੇ ਜਿਸ ਵੇਲੇ ਸਾਹਿਬ ਗੁਰ ਅਰਜੁਨ ਦੇਵ ਮਹਾਰਾਜ ਉਥੋਂ ਉੱਠ ਕੇ ਤੇ ਕਿਸੇ ਹੋਰ ਥਾਂ ਤੇ ਚਲੇ ਜਾਂਦੇ ਨੇ, ਕੋਈ ਹੋਰ ਸੇਵਾ ਕਰਵਾਉਣ ਲੱਗ ਪੈਂਦੇ ਨੇ, ਤੇ ਭਾਈ ਬਹਿਲੋ ਜੀ ਪਿਆਰੋ ਫਿਰ ਇਹ ਟੋਕਰਾ ਉੱਥੇ ਰੱਖ ਕੇ ਤੇ ਫਿਰ ਜਾ ਕੇ ਆਵਿਆਂ ਦੀ ਸੇਵਾ ਕਰਨ ਲੱਗ ਪੈਂਦਾ। ਫਿਰ ਉਹ ਜਿਹੜੀਆਂ ਇੱਟਾਂ ਪਕਾਉਣ ਵਾਲੀ, ਬਾਲਣ ਲਗਾਉਣ ਵਾਲੀ ਆਵਿਆਂ ਦੇ ਵਿੱਚ ਉਹ ਸੇਵਾ ਕਰਨ ਲੱਗ ਪੈਂਦਾ ਹੈ ਜੀ। ਸੁਪਤ ਹੈ ਅਲਪ ਜਾਮਨੀ ਜਾਨ ਸੇਵੈ ਸਰਬ ਸਮਾਹਿਤ ਠਾਨ। ਤੇ ਰਾਤ ਨੂੰ ਆਰਾਮ ਵੀ ਬਹੁਤ ਘੱਟ ਕਰਦੇ ਨੇ ਭਾਈ ਬਹਿਲੋ ਜੀ, ਬਹੁਤ ਥੋੜਾ ਸੌਂਦੇ ਨੇ। ਪਿਆਰ ਪਹਿ ਰਾਤ ਜਾ ਕੇ ਫਿਰ ਆਪਣੀ ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਸੇਵਾ ਦੇ ਵਿੱਚ ਲੱਗ ਪੈਂਦੇ ਨੇ। ਸੇਵੈ ਸਰਬ ਸਮੈ ਹਿਤ ਠਾਨ, ਇਵੇਂ ਕਹਿ ਲਈਏ ਕਿ ਦਿਨ ਰਾਤ ਸੇਵਾ ਦੇ ਵਿੱਚ ਹੀ ਗੁਜ਼ਾਰ ਦਿੰਦੇ ਹਨ ਜੀ। ਸ਼ੁਧਾ ਪਿਪਾਸਾ ਨੀਂਦ ਨ ਜਾਨ ਹੈ ਆਲਸ ਬਿਨ ਸੇਵਾ ਸਾਵਧਾਨ ਹੈ। ਇਹਨਾਂ ਕੋ ਅੰਦਰ ਪ੍ਰੇਮ ਹੈ, ਇਹਨਾਂ ਕੋ ਸੇਵਾ ਦੀ ਲਗਨ ਲੱਗੀ ਹੈ। ਪਿਆਰਿਓ ਇਹਨਾਂ ਕੋ ਸੇਵਾ ਦੇ ਵਿੱਚ ਮਗਰ ਰਹਿੰਦੇ ਨੇ, ਨਾ ਭੁੱਖ ਹੈ ਤੇ ਨਾ ਪਿਆਸ ਹੈ, ਹੁਣ ਕੋਈ ਪਰਵਾਹ ਨਹੀਂ। ਸ਼ੁਧਾ ਪਿਪਾਸਾ ਨੀਂਦ ਨਾ ਜਾਣੈ, ਹੁਣ ਨਾ ਖਿਆਲ ਆਉਂਦਾ ਮੈਂ ਪ੍ਰਸ਼ਾਦਾ ਛਕਣਾ, ਨਾ ਹੀ ਮਨ 'ਚ ਇਹ ਆਉਂਦਾ ਕਿ ਮੈਂ ਆਰਾਮ ਕਰਨਾ। ਨਾ, ਇਹਨਾਂ ਕੋ ਸੇਵਾ ਦੇ ਵਿੱਚ ਮਗਨ ਨੇ, ਇੰਨੀ ਕੋ ਲਗਨ ਲੱਗ ਚੁੱਕੀ ਹੈ। ਇਵੇਂ ਕਹਿ ਲਈਏ ਹੁਣ ਭੁੱਖ, ਨੀਂਦ, ਪਿਆਸ ਇਹ ਬਿਲਕੁਲ ਉਹਨਾਂ ਦੀ ਸੀਮਤ ਹੋ ਚੁੱਕੀ ਹੈ, ਬਿਲਕੁਲ ਘੱਟ ਹੋ ਚੁੱਕੀ ਹੈ। ਆਲਸ ਬਿਨ ਸੇਵਾ ਸਾਵਧਾਨ ਹੈ, ਬਿਨਾਂ ਆਲਸ ਦੇ ਸਾਵਧਾਨ ਹੋ ਕੇ ਤਨ ਮਨ ਆਗਿਆ ਰੱਖ ਕੇ ਉਹ ਵੀ ਸੇਵ ਕਰੇ, ਸਾਵਧਾਨਤਾ ਦੇ ਨਾਲ ਸੇਵਾ ਕਰਦੇ ਹਨ ਜੀ। ਜਬ ਗੁਰ ਮਿਲੈ ਲਾਏ ਟਕ ਰਹੈ ਜਥਾ ਚਕੋਰ ਚੰਦ ਕੋ ਚਹੈ। ਤੇ ਜਿਸ ਵੇਲੇ ਸਾਹਿਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਿਧਰੇ ਸਾਹਮਣੇ ਆ ਜਾਂਦੇ ਨੇ, ਉਹਨਾਂ ਦੇ ਦਰਸ਼ਨ ਹੁੰਦੇ ਨੇ, ਤੇ ਭਾਈ ਬਹਿਲੋ ਜੀ ਸਾਹਿਬ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਵੱਲ ਆਪਣੀ ਨਿਗਾਹ ਇਵੇਂ ਗੱਡ ਦਿੰਦੇ ਨੇ ਕਿ ਜਿਵੇਂ ਚਕੋਰ ਚੰਦਰਮਾ ਚੜ੍ਹਦਾ ਉਸ ਵੱਲ ਟਿਕ ਟਿਕੀ ਲਗਾ ਕੇ ਦੇਖਣਾ ਆਰੰਭ ਕਰ ਦਿੰਦੀ ਏ, ਆਪਣਾ ਧਿਆਨ ਪਾਸੇ ਨਹੀਂ ਕਰਦੀ।
ਇਸੇ ਤਰ੍ਹਾਂ ਭਾਈ ਬਹਿਲੋ ਜੀ ਧੰਨ ਗੁਰ ਅਰਜੁਨ ਦੇਵ ਮਹਾਰਾਜ ਉਹਨਾਂ ਦੇ ਵਿੱਚ ਆਪਣਾ ਧਿਆਨ ਗੱਢ ਦਿੰਦੇ ਨੇ, ਆਪਣੀਆਂ ਅੱਖਾਂ ਵੀ ਨਹੀਂ ਝਪਕਦੇ, ਜਿਵੇਂ ਚਕੋਰ ਚੰਦਰਮਾ ਨੂੰ ਤੱਕਦੀ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਉਹ ਦੀਦਾਰ ਕਰਦੇ ਹਨ ਜੀ। ਕਾਰ ਈਟਕਾਂ ਕਰਹਿ ਪਚਾਵੈ, ਭਲੀ ਰੀਤ ਕਰ ਪ੍ਰੇਮ ਪਕਾਵੈ। ਇਸ ਤਰ੍ਹਾਂ ਫਿਰ ਉਹ ਆਵਿਆਂ ਦੇ ਕੋਲ ਚਲੇ ਜਾਂਦੇ ਨੇ, ਜਿਹੜੀਆਂ ਇੱਟਾਂ ਨੇ ਬੜੀ ਸੋਹਣੇ ਤਰੀਕੇ ਨਾਲ ਵਧੀਆ ਢੰਗ ਦੇ ਨਾਲ ਬੜੇ ਪ੍ਰੇਮ ਦੇ ਨਾਲ ਐ ਪਕਾਉਂਦੇ ਨੇ, ਤੇ ਜਿਹੋ ਜੀਆਂ ਭਾਈ ਬਹਿਲੋ ਦੇ ਆਵੇ ਦੀਆਂ ਇੱਟਾਂ ਹੁੰਦੀਆਂ ਨੇ ਪੱਕੀਆਂ ਤੇ ਲਾਲ, ਏਦਾਂ ਦੀਆਂ ਕਿਸੇ ਹੋਰ ਆਵੇ ਦੀਆਂ ਇੱਟਾਂ ਨਹੀਂ ਹੁੰਦੀਆਂ ਹਨ ਜੀ। ਹੁਣ ਭਾਈ ਭਗਤੂ ਚੱਲ ਆਇਓ, ਤੀਰਥਕਾਰ ਕਰਨ ਚਿਤ ਲਾਇਓ। ਇਸ ਤਰ੍ਹਾਂ ਭਾਈ ਬਹਿਲੋ ਜੀ ਨੇ ਗੁਰੂ ਘਰ ਦੀ ਸੇਵਾ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਹੋਰ ਜਿਹੜੇ ਸਿੱਖ ਆਉਂਦੇ ਨੇ ਭਾਈ ਸਾਹਿਬ ਜੀ ਉਹਨਾਂ ਦਾ ਵੀ ਨਾਮ ਲਿਖਦੇ ਨੇ, ਕਹਿੰਦੇ ਨੇ ਪੁਨ ਭਾਈ ਭਗਤੂ ਚੱਲ ਆਇਓ, ਤੀਰਥਕਾਰ ਕਰਨ ਚਿਤ ਲਾਇਓ। ਫਿਰ ਭਾਈ ਭਗਤੂ ਜੀ ਵੀ ਆ ਗਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਵਾਲੇ ਸਿੱਖ ਭਾਈ ਭਗਤੂ ਜੀ ਆਏ, ਉਹ ਵੀ ਆਣ ਕੇ ਸੇਵਾ ਦੇ ਵਿੱਚ ਜੁਟ ਪਏ ਹਨ ਜੀ। ਸ੍ਰੀ ਗੁਰੂ ਰਾਮਦਾਸ ਬਚਨ ਕਹਿਓ, ਜਿਸ ਨੇ ਜਨਮ ਜਗਤ ਮਹਿ ਲਹਿਓ। ਕਿਉਂਕਿ ਭਾਈ ਭਗਤੂ ਜੀ ਉਹਨਾਂ ਦਾ ਜਿਹੜਾ ਜਨਮ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਪਿਆਰੇ ਉਹਨਾਂ ਦੇ ਬਚਨਾਂ ਉਹਨਾਂ ਦੀ ਕਿਰਪਾ ਦੇ ਨਾਲ ਇਹ ਦਾਤ ਮਿਲੀ ਸੀ ਭਾਈ ਆਦਮ ਜੀ ਨੂੰ, ਬਾਬਾ ਆਦਮ ਜੀ ਨੂੰ। ਕਿਉਂਕਿ ਜਿਸ ਵੇਲੇ ਬਾਬਾ ਆਦਮ ਜੀ ਨੇ ਬਹੁਤ ਸੇਵਾ ਕੀਤੀ, ਮਹਾਰਾਜ ਬੜੇ ਖੁਸ਼ ਹੋਏ। ਸਤਿਗੁਰ ਕਹਿੰਦੇ ਨੇ ਕੋਈ ਭਾਵਨਾ ਹੈ ਤਾਂ ਦੱਸੋ, ਭਾਗ ਲੱਗ ਜਾਣਗੇ। ਕੋਈ ਮੁਰਾਦ ਹੈ ਤਾਂ ਦੱਸੋ, ਪੂਰੀ ਹੋ ਜਾਏਗੀ। ਤੁਹਾਡੀ ਸੇਵਾ ਥਾਂ ਪੈ ਗਈ ਹੈ। ਪਹਿਲਾਂ ਤੇ ਝਾਗਿਆ, ਉਮਰ ਵਡੇਰੀ ਸੀ, ਕੁਛ ਨਾ ਬੋਲਿਆ। ਘਰੇ ਜਾ ਕੇ ਸਾਰੀ ਗੱਲ ਦੱਸੀ ਕਿ ਗੁਰੂ ਰਾਮਦਾਸ ਬੜੇ ਖੁਸ਼ ਹੋਏ। ਅੱਜ ਉਹਨਾਂ ਨੇ ਆਪਣੀਆਂ ਬਰਕਤਾਂ ਦੇ ਭੰਡਾਰੇ ਖੋਲੇ ਸਨ ਤੇ ਕਹਿੰਦੇ ਸੀ ਕਿ ਆਦਮ ਝੋਲੀ ਕਰ, ਜੋ ਚਾਹੀਦਾ ਝੋਲੀ ਪੈ ਜਾਏਗਾ। ਪਰ ਕਹਿੰਦਾ ਮੇਰੇ ਮਨ ਦੀ ਮਨਸਾ ਤਾਂ ਸੀ, ਪਰ ਮੈਂ ਮੰਗਿਆ ਨਹੀਂ, ਝੱਕ ਗਿਆ। ਅਗਲੇ ਦਿਨ ਫਿਰ ਆਇਆ ਪਰਿਵਾਰ ਔਰ ਕਹਿਣ ਲੱਗੇ ਮਹਾਰਾਜ ਫਿਰ ਕਿਰਪਾ ਕਰੋ, ਕੋਈ ਵਿਹੜੇ ਦੀ ਰੌਣਕ ਦੇ ਦਿਓ, ਆਹ ਕਿਰਪਾ ਕਰੋ, ਦਾਤ ਝੋਲੀ ਪਾਓ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਬਾਬਾ ਤੇਰੇ ਘਰੇ ਪੁੱਤਰ ਆਏਗਾ, ਪਰ ਉਹਦਾ ਨਾਮ ਭਗਤੂ ਰੱਖਣਾ, ਕਿਉਂਕਿ ਉਹ ਬਹੁਤ ਭਗਤੀ ਭਾਵਨਾ ਵਾਲਾ ਹੋਏਗਾ, ਉਹ ਪਰਮਾਤਮਾ ਦਾ ਭਗਤ ਹੋਏਗਾ। ਇਸ ਕਰਕੇ ਇਹਨਾਂ ਦਾ ਨਾਮ ਪਰ ਭਗਤੂ ਰੱਖਿਆ ਗਿਆ। ਇਹ ਭਾਈ ਭਗਤੂ ਜੀ ਵੀ ਪਿਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਆਣ ਕੇ ਸੇਵਾ ਕਰਨ ਲੱਗ ਪਏ ਹਨ ਜੀ। ਮ੍ਰਿਤਕਾ ਵਹਿਰਨ ਕਾਸੇ ਜਾਏ, ਖਨਹਿ ਕਬਹੂ ਕਬ ਸੀਸ ਉਠਾਏ। ਤੇ ਭਾਈ ਭਗਤੂ ਜੀ ਵੀ ਆਣ ਕੇ ਕਦੇ ਤਾਂ ਕਹੀ ਲੈ ਕੇ ਪਿਆਰੇ ਮਿੱਟੀ ਪੱਟਣ ਲੱਗ ਪੈਂਦੇ ਨੇ, ਤੇ ਕਦੇ ਟੋਕਰੇ ਦੇ ਨਾਲ ਮਿੱਟੀ ਢੋਣ ਲੱਗ ਪੈਂਦੇ ਹਨ ਜੀ। ਅਧਿਆਇ ਸਮਾਪਤ। ਦੋਹਰਾ ਬੁੱਧੂ ਨਾਮ ਕੁਲਾਲ ਇੱਕ, ਸਤਿਗੁਰ ਕੋ ਸਿੱਖ ਧੀਰ। ਕਵੀ ਜੀ ਕਹਿੰਦੇ ਨੇ ਫਿਰ ਇੱਕ ਬੁੱਧੂ ਨਾਮ ਦਾ ਪਿਆਰ ਉਹ ਗੁਰੂ ਕਾ ਸਿੱਖ ਹੈ ਕਿ ਜੋ ਮਿੱਟੀ ਦੇ ਬਰਤਨ ਬਣਾਉਣ ਦਾ ਕੰਮ ਕਰਦਾ ਹੈ। ਕੁਲਾਲ ਮਿੱਟੀ ਦੇ ਭਾਂਡੇ ਤਿਆਰ ਕਰਦਾ ਹੈ। ਉਹ ਫਿਰ ਗੁਰੂ ਕਾ ਸਿੱਖ। ਇੱਕ ਦਿਨ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਆਉਂਦਾ, ਬੜਾ ਧੀਰਜਵਾਨ, ਬੜੇ ਪਿਆਰ ਵਾਲਾ ਹੈ ਜੀ। ਲਾਹੌਰ ਮਹਿ ਤਿਸ ਕੋ ਸਦਨ, ਜਾਤ ਗੁਰੂ ਕੇ ਤੀਰ। ਇਹ ਲਾਹੌਰ ਦਾ ਰਹਿਣ ਵਾਲਾ ਜੀ, ਲਵਪੁਰ ਲਾਹੌਰ ਦਾ ਰਹਿਣ ਵਾਲਾ ਹੈ। ਇਹਦਾ ਉੱਥੇ ਘਰ ਹੈ ਤੇ ਲਾਹੌਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦਾ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਆਣ ਕੇ ਚਰਨ ਪਰਸਦਾ ਹੈ ਜੀ। ਸਿੱਖਣ ਕੀ ਬਹੁ ਸੇਵਾ ਕਰਈ, ਧਰਮ ਕਿਰਤ ਕੀ ਜੀਵਾ ਧਰਈ। ਔਰ ਇਹ ਆਪਣੇ ਧਰਮ ਦੀ ਕਿਰਤ ਕਰਦਾ ਹੈ, ਮਿਹਨਤ ਕਰਦਾ ਹੈ, ਤੇ ਗੁਰੂ ਕੇ ਸਿੱਖਾਂ ਦੀ ਸੇਵਾ ਬਹੁਤ ਕਰਦਾ ਹੈ ਜੀ, ਬਹੁਤ ਸੇਵਾ ਕਰਦਾ। ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਆਪਣੇ ਘਰੇ ਬੁਲਾ ਕੇ ਪ੍ਰਸ਼ਾਦਾ ਪਾਣੀ ਵੀ ਉਹਨਾਂ ਨੂੰ ਛਕਾਉਂਦਾ ਹੈ। ਸਿੱਖਿਆਂ ਕੀ ਬਹੁਤ ਸੇਵਾ ਕਰਈ, ਸਿੱਖਾਂ ਦੀ ਬਹੁਤ ਸੇਵਾ ਕਰਦਾ ਹੈ। ਧਰਮ ਕਿਰਤ ਕੀ ਜੀਵਾ ਧਰਈ, ਤੇ ਧਰਮ ਦੀ ਕਿਰਤ ਕਰਕੇ ਆਪਣੀ ਉਪਜੀਵਕਾ ਚਲਾਉਂਦਾ ਹੈ ਜੀ। ਗੁਰੂ ਭਰੋਸੇ ਕਾਰ ਕਰੰਤ, ਆਪਣੇ ਸਭ ਕਾਰਜ ਨਿਭੰਤ। ਔਰ ਸਤਿਗੁਰੂ ਦੇ ਚਰਨਾਂ ਤੇ ਭਰੋਸਾ ਹੈ, ਗੁਰੂ ਤੇ ਵਿਸ਼ਵਾਸ ਹੈ। ਔਰ ਕੋਈ ਵੀ ਕਾਰਜ ਕਰਦਾ ਏ
ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਾਰਜ ਆਰੰਭ ਕਰਦਾ ਹੈ ਤੇ ਬੇਨਤੀ ਕਰਦਾ ਹੈ ਕਿ ਕਾਰਜ ਸਗਲ ਆਰੰਭਿਓ ਘਰ ਕਾ ਠਾਕੁਰ ਕਾ ਭਰੋਸਾ। ਔਰ ਵੈਸੇ ਸਤਿਗੁਰੂ ਮਹਾਰਾਜ ਜੀ ਨੇ ਅਸਾਂ ਨੂੰ ਇਹ ਹੁਕਮ ਕੀਤਾ ਹੈ, ਸਭ ਜੀ ਨੇ ਸਾਨੂੰ ਮਰਿਆਦਾ ਦਿੱਤੀ ਹੈ, ਸਿੱਖਾ ਤੂੰ ਵੀ ਕੋਈ ਕਾਰਜ ਕਰਨਾ ਤੇ ਮੁਹੂਰਤ ਨਾ ਕਢਾਉਂਦਾ ਫਿਰੀ, ਐਵੇਂ ਦਿਨਾਂ ਦੀ ਵਿਚਾਰ ਵਿੱਚ ਨਾ ਪੈ ਜਾਈ, ਕਦੋਂ ਕਰਾਂ, ਕਿਵੇਂ ਕਰਾਂ, ਕਿਹਨੂੰ ਪੁੱਛਾਂ ਕਿ ਕਾਰਜ ਕਦੋਂ ਕਰੀਏ, ਨਾ ਪੱਤਰੀਆਂ ਨਾ ਫਲਾਉਂਦਾ ਫਿਰੀ, ਬਸ ਕੇਵਲ ਗੁਰੂ ਚਰਨਾਂ ਚ ਅਰਦਾਸ ਕਰੀ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਆ। ਕੋਈ ਕਾਰਜ ਕਰਨੇ, ਚਾਹੇ ਤੂੰ ਆਪਣਾ ਘਰ ਤਿਆਰ ਕਰ ਲੱਗਣਾ ਏ, ਮਕਾਨ ਦੀਆਂ ਨੀਹਾਂ ਪੱਟਣ ਲੱਗਣਾ ਏ ਤੇ ਅਰਦਾਸ ਕਰ, ਚਾਹੇ ਤੂੰ ਆਪਣਾ ਕੋਈ ਕਾਰੋਬਾਰ ਆਰੰਭ ਕਰਨ ਲੱਗਣਾ, ਗੁਰੂ ਚਰਨਾਂ ਚ ਅਰਦਾਸ ਕਰ, ਤੇਰੇ ਘਰੇ ਧੀ ਪੁੱਤਰ ਦੇ ਵਿਆਹ ਕਾਰਜ ਆਰੰਭ ਹੋਣ ਲੱਗੇ ਨੇ, ਅਰਦਾਸ ਕਰ, ਕੋਈ ਵੀ ਕੰਮ ਕਰਨਾ ਹੈ ਅਰਦਾਸ ਕਰ, ਮਾਲਕ ਮਿਹਰ ਕਰੇਗਾ। ਸੱਜੇ ਖੱਬੇ ਭੱਜਣ ਦੀ ਲੋੜ ਨਹੀਂ, ਦੌੜਨ ਦੀ ਲੋੜ ਨਹੀਂ। ਇਸੇ ਤਰ੍ਹਾਂ ਭਾਈ ਬੁੱਧੂ ਜੀ ਕੋਈ ਵੀ ਆਪਣੇ ਘਰ ਦਾ ਕਾਰਜ ਕਰਦੇ ਨੇ, ਸਤਿਗੁਰਾਂ ਦੇ ਚਰਨਾਂ ਤੇ ਭਰੋਸਾ ਰੱਖ ਕੇ ਅਰਦਾਸ ਕਰਕੇ ਕਾਰਜ ਆਰੰਭ ਕਰਦੇ ਨੇ, ਗੁਰੂ ਮਿਹਰ ਕਰਦਾ ਹੈ, ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਹਨ ਜੀ। ਲਾਏ ਈਂਟ ਕਾਂ ਕੇਰ ਪਜਾਵੇ, ਵੇਚਹਿ ਪੁਰ ਮਹਿ ਗੁਜਰ ਚਲਾਵੇ। ਕਿਉਂਕਿ ਮਹਾਰਾਜ ਜੀ ਨੇ ਆਪਣੇ ਸਿੱਖ ਨੂੰ ਕਿਹਾ ਕਿ ਮੇਰਾ ਸਿੱਖ ਕਿਰਤੀ ਹੋਣਾ ਚਾਹੀਦਾ, ਕਿਰਤ ਵੀ ਕਰੇ ਤੇ ਕੀਰਤੀ ਵੀ ਕਰੇ, ਮਾਲਕ ਦਾ ਨਾਮ ਵੀ ਜਪੇ ਤੇ ਆਪਣੀ ਧਰਮ ਦੀ ਕਿਰਤ ਵੀ ਕਰੇ। ਮੈਂ ਇੱਕ ਖਿਣ ਵਿੱਚੋਂ ਨਿਕਲਿਆ, ਪਿਆਰੋ ਜਿਸ ਵੇਲੇ ਧੰਨ ਗੁਰੂ ਨਾਨਕ ਮਹਾਰਾਜ ਜੀ ਗਏ ਨਾ ਐਮਨਾਬਾਦ, ਭਾਈ ਲਾਲੋ ਜੀ ਦੇ ਗ੍ਰਹਿ ਪਹੁੰਚੇ ਤੇ ਮਰਦਾਨਾ ਕਹਿੰਦਾ ਬਾਬਾ ਆਪਾਂ ਹੁਣ ਕਿੱਥੇ ਚੱਲੇ ਆ? ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮਰਦਾਨਿਆ ਅਸੀਂ ਭਗਤੀ ਦੇ ਘਰ ਚੱਲੇ ਆ। ਜਦੋਂ ਇੰਨੀ ਗੱਲ ਕਹੀ ਕਿ ਭਗਤੀ ਦੇ ਘਰ ਚੱਲੇ ਆ ਤੇ ਸਤਿਗੁਰੂ ਜੀ ਨੂੰ ਮਰਦਾਨਾ ਕਹਿੰਦਾ ਬਾਬਾ ਚੂੜ ਕਾਣੇ ਦੀ ਧਰਤੀ ਤੇ ਜਿਨ੍ਹਾਂ ਨੂੰ ਆਪ ਜੀ ਨੇ ਪ੍ਰਸ਼ਾਦਾ ਪਾਣੀ ਛਕਾ ਕੇ ਸੇਵਾ ਕੀਤੀ, ਉਹ ਭਗਤੀ ਦਾ ਘਰ ਨਹੀਂ? ਮਹਾਰਾਜ ਕਹਿੰਦੇ ਮਰਦਾਨਿਆ ਭਗਤੀ ਦਾ ਘਰ ਉਹ ਪੂਰਾ ਨਹੀਂ ਸੀ। ਮਹਾਰਾਜ ਕਿਉਂ? ਕਹਿਣ ਲੱਗੇ ਉਹ ਕੀਰਤੀ ਕਰਦੇ ਸਨ ਪਰ ਉਹਨਾਂ ਕੋਲ ਕਿਰਤ ਕੋਈ ਨਹੀਂ ਸੀ, ਕਿਰਤ ਨਹੀਂ ਸੀ, ਕੀਰਤੀ ਜ਼ਰੂਰ ਕਰਦੇ ਸਨ ਪਰ ਫਿਰ ਵੀ ਉਹਨਾਂ ਨੂੰ ਦੂਸਰਿਆਂ ਵੱਲ ਤੱਕਣਾ ਪੈਂਦਾ ਜਦੋਂ ਪੇਟ ਦੀ ਭੁੱਖ ਲੱਗਦੀ ਸੀ। ਤੇ ਮਰਦਾਨਾ ਕਹਿੰਦਾ ਬਾਬਾ ਜੇ ਕਿਰਤ ਚੰਗੀ ਲੱਗਦੀ ਸੀ ਤੇ ਸੁਲਤਾਨਪੁਰ ਰਹਿਣਾ ਸੀ, ਉੱਥੇ ਮੋਦੀ ਦੀ ਕਾਰ ਕਾਹਨੂੰ ਤਿਆਗੀ, ਉੱਥੇ ਕਿਰਤ ਸੀ। ਸਤਿਗੁਰ ਕਹਿੰਦੇ ਮਰਦਾਨਿਆ ਉੱਥੇ ਕਿਰਤ ਸੀ ਪਰ ਉੱਥੇ ਕੀਰਤੀ ਨਹੀਂ ਸੀ। ਸਾਹਿਬ ਕਹਿਣ ਲੱਗੇ ਮਰਦਾਨਿਆ ਇਹ ਭਗਤੀ ਦਾ ਘਰ ਤਾਂ ਹੈ, ਇੱਥੇ ਦੋਨੋਂ ਚੀਜ਼ਾਂ ਨੇ, ਇੱਥੇ ਕਿਰਤ ਵੀ ਹੈ ਤੇ ਇੱਥੇ ਕੀਰਤੀ ਵੀ ਹੈ। ਇਹ ਭਗਤੀ ਦੇ ਘਰ ਆਪਾਂ ਚੱਲੇ ਆ ਤੇ ਸੱਚ ਕਰਕੇ ਜਾਣਿਓ ਪਿਆਰਿਓ, ਆਪ ਜਿੰਨੇ ਵੀ ਆਏ ਹੋ ਇੱਥੇ ਰਹਿਣ ਵਾਲਿਓ, ਤੁਹਾਡੇ ਘਰ ਭਗਤੀ ਦੇ ਘਰ ਨੇ। ਕਾਰਨ ਇਹ ਕਿ ਹੱਡ ਭੰਨਵੀਂ ਦਿਨੇ ਤੁਸੀਂ ਮਿਹਨਤ ਕਰਦੇ ਹੋ, ਜੋਬਾਂ ਕਰਦੇ ਹੋ, ਕਿਰਤ ਕਰਦੇ ਹੋ, ਸਵੇਰੇ ਸ਼ਾਮ ਗੁਰੂ ਚਰਨਾਂ 'ਚ ਮੱਥਾ ਵੀ ਟੇਕਦੇ ਹੋ ਪਿਆਰਿਓ, ਦੇਸ਼ ਤੋਂ ਆਏ ਹੋਇਆਂ ਦੀ ਤੁਸੀਂ ਸੇਵਾ ਵੀ ਕਰਦੇ ਹੋ ਔਰ ਨਿਤਨੇਮ ਵੀ ਕਰਦੇ ਹੋ ਸਵੇਰੇ ਸ਼ਾਮ। ਤੁਹਾਡੇ ਘਰੇ ਭਗਤੀ ਦੇ ਘਰ ਨੇ ਜੀ, ਭਗਤੀ ਦਾ ਘਰ ਜਿੱਥੇ ਕਿਰਤ ਵੀ ਹੈ ਤੇ ਕੀਰਤੀ ਵੀ ਹੈ। ਇੰਨੀ ਮਿਹਨਤ, ਫਿਰ ਸਵੇਰ ਦਾ ਨਿਤਨੇਮ, ਸ਼ਾਮਾਂ ਦਾ ਨਿਤਨੇਮ, ਗੁਰੂ ਘਰ ਵੀ ਆਉਣਾ, ਸਾਰਾ ਦਿਨ ਆਪਣੀ ਕਿਰਤ ਵੀ ਕਰਨੀ, ਤੁਹਾਡੇ ਘਰ ਭਗਤੀ ਦੇ ਘਰ ਨੇ ਜੀ। ਖੈਰ ਹੋਇਆ ਕਿ ਇਹ ਹੁਣ ਭਾਈ ਬੁੱਧੂ ਇਹ ਪਿਆਰੇ ਸਿੱਖਾਂ ਦੀ ਆਪਣੀ ਕਮਾਈ ਚੋਂ ਸੇਵਾ ਬਹੁਤ ਕਰਦਾ ਤੇ ਇਹਦੀ ਕਿਰਤ ਕਿਹੜੀ ਹੈ? ਲਾਏ ਈਟਕਾਂ ਕੇਰ ਪਜਾਵੇ। ਇਹਦੇ ਜੀ ਆਪਾਂ ਕਹਿੰਦੇ ਆ ਨਾ, ਜਿਵੇਂ ਆਪਾਂ ਹੁਣ ਪੰਜਾਬ ਜਾਈਏ, ਇਹਦਾ ਕਾਰੋਬਾਰ ਕੀ ਹੈ? ਅਸੀਂ ਕਹਿੰਦੇ ਪਏ ਨੇ ਇੱਟਾਂ ਦਾ ਪੱਠਾ ਲਾਇਆ ਹੋਇਆ, ਇਹਦਾ ਕਾਰੋਬਾਰ ਹੈ, ਇਹਦੇ ਇੱਟਾਂ ਦੇ ਪੱਠੇ ਨੇ। ਇਸੇ ਤਰ੍ਹਾਂ ਭਾਈ ਬਹਿਲੋ ਜੀ ਉਹਨਾਂ ਦਿਨਾਂ ਦੇ ਵਿੱਚ ਪਿਆਰ ਇਹਦੇ ਇੱਟਾਂ ਦੇ ਆਵੇ ਸਨ, ਇਹ ਇੱਟਾਂ ਦਾ ਕਾਰੋਬਾਰ ਕਰਦਾ ਸੀ, ਇੱਟਾਂ ਤਿਆਰ ਕਰਨੀਆਂ ਪਕਾ ਕੇ ਉਹ ਪਰ ਵੇਚਦਾ, ਇਹ ਇਹਦੀ ਕਿਰਤ ਸੀ ਜੀ। ਗੁਰ ਸਿੱਖਨ ਕੋ ਕਰਹਿ ਆਹਾਰਾ, ਪੁਰਹਿ ਭਾਵਨਾ ਹਿਰਦੈ ਮਝਾਰਾ। ਲੇਕਿਨ ਜੋ ਇਹਨੂੰ ਕਮਾਈ ਹੁੰਦੀ ਹੈ ਆਪਣੀ ਕਿਰਤ ਕਰਦਾ, ਇਮਾਨਦਾਰੀ ਨਾਲ ਇੱਟਾਂ ਪਕਾਉਂਦਾ ਹੈ, ਵੇਚਦਾ ਹੈ, ਜੋ ਇਹਨੂੰ ਆਮਦਨ ਹੁੰਦੀ ਹੈ ਫਿਰ ਉਹਨੂੰ ਸਫਲਿਆਂ ਕਰਨ ਦੇ ਲਈ ਗੁਰ ਸਿੱਖਿਆਨ ਕੋ ਕਰੇ ਆਹਾਰਾ, ਗੁਰੂ ਕੇ ਸਿੱਖਾਂ ਨੂੰ ਇਹ ਪ੍ਰਸ਼ਾਦਾ ਪਾਣੀ ਵੀ ਛਕਾਉਂਦਾ ਹੈ, ਸੰਗਤਾਂ ਨੂੰ ਆਪਣੇ ਘਰੇ ਬੁਲਾ ਲੈਂਦਾ ਹੈ, ਸਿੱਖਾਂ ਨੂੰ ਬੁਲਾ ਲੈਂਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ ਜੀ। ਇੱਕ ਬਾਰ ਤਨਕੀਨ ਪਜਾਵਾ, ਕਈ ਹਜ਼ਾਰ ਦਰਬ ਕੋ ਲਾਵਾ। ਇੱਕ ਵਾਰੀ ਹੁਣ ਇਹਨੇ ਕੀ ਕੀਤਾ ਵੀ ਬਹੁਤ ਸਾਰੇ ਜਿਹੜੇ ਆਵੇ ਸਨ ਉਹ ਲਗਾ ਲਏ, ਕਿਉਂਕਿ ਐਸਾ ਹੁੰਦਾ ਹੈ ਨਾ ਜੀ
ਇਨਸਾਨ ਜਿਹੜਾ ਕੰਮ ਕਰਦਾ ਹੋਵੇ, ਕਿਰਤ ਕਰਦਾ ਹੋਵੇ, ਤੇ ਜਦੋਂ ਉਹਦੇ 'ਚ ਕਾਮਯਾਬੀ ਮਿਲਦੀ ਜਾਏ ਉਹ ਕਹਿੰਦਾ ਮੈਂ ਆਪਣਾ ਕਾਰੋਬਾਰ ਥੋੜਾ ਹੋਰ ਵਧਾਵਾਂ, ਵੱਡੇ ਪੱਧਰ ਤੇ ਕਰਾਂ। ਪਿਆ ਵਾ ਕੋਈ ਦੁਕਾਨਦਾਰੀ ਹੈ, ਉਹ ਪਹਿਲਾਂ ਪਿਆਰਿਓ ਉਹਨੇ 5 ਲੱਖ ਦੀ ਰਾਸ ਪਾਈ ਹੈ, ਦੁਕਾਨ ਚੰਗੀ ਚੱਲ ਜਾਏ ਤੇ ਕਹਿੰਦਾ ਹੁਣ ਅਗਲੀ ਵਾਰੀ ਮੈਂ 8 ਲੱਖ ਦੀ ਰਾਸ ਪਾਉਣੀ ਹੈ। ਹਰ ਬੰਦਾ ਕਾਰੋਬਾਰ ਵਧਾਉਂਦਾ ਹੀ ਹੈ ਜੀ, ਕੋਈ ਵੀ ਹੋਵੇ, ਕਿਸੇ ਵੀ ਖੇਤਰ ਵਿੱਚ ਹੋਵੇ। ਜਦੋਂ ਕੰਮ ਚੱਲ ਪਿਆ ਕਹਿੰਦਾ ਮੈਂ ਹੋਰ ਵਧਾਵਾਂ। ਹੁਣ ਪਿਆਰਿਓ ਉਹ ਭਾਈ ਬੁੱਧੂ ਜੀ, ਇਹਨਾਂ ਦਾ ਹੁਣ ਹੋਇਆ ਕਿ ਕਾਰੋਬਾਰ ਚੰਗਾ ਚੱਲ ਪਿਆ। ਜਿਸ ਵੇਲੇ ਚੱਲ ਪਿਆ ਤੇ ਇਹਨਾਂ ਨੇ ਇੱਕ ਵਾਰੀ ਕੀ ਕੀਤਾ ਕਿ ਬਹੁਤ ਸਾਰੇ ਆਵੇ ਲਗਾ ਲਏ, ਬਹੁਤ ਜ਼ਿਆਦਾ ਜਿਹੜੀਆਂ ਇੱਟਾਂ ਨੇ ਤਿਆਰ ਕਰਨ ਦੇ ਲਈ ਕਈ ਹਜ਼ਾਰ ਦਰਬ ਕੋ ਇਲਾਵਾ ਇਹਨੇ ਉਹਨਾਂ ਦਿਨਾਂ ਦੇ ਵਿੱਚ ਕਵੀ ਜੀ ਕਹਿੰਦੇ ਨੇ ਕਿ ਹਜ਼ਾਰਾਂ ਰੁਪਈਆ ਜਿਵੇਂ ਆਪਣੇ ਕਾਰੋਬਾਰ ਤੇ ਲਗਾ ਦਿੱਤਾ ਹੋਵੇ ਜੀ। ਬ੍ਰਿੰਦ ਮਜੂਰ ਕਾਰ ਕੇ ਕਰਤੇ, ਈਂਧਨ ਅਧਿਕ ਈਂਟਕਾਂ ਧਰਤੇ। ਬਹੁਤ ਸਾਰੇ ਇਹਨੇ ਮਜ਼ਦੂਰ ਲਗਾ ਲਏ। ਜਿੱਥੇ ਪਹਿਲਾਂ ਮਜ਼ਦੂਰੀ ਕਰਨ ਵਾਲੇ 10-20 ਹੋਇਆ ਕਰਨਗੇ, ਉੱਥੇ ਨੇ 40-50 ਲਗਾ ਦਿੱਤੇ, ਕਿਉਂਕਿ ਹੁਣ ਇੱਟਾਂ ਜ਼ਿਆਦਾ ਤਿਆਰ ਕਰਨੀਆਂ, ਜ਼ਿਆਦਾ ਪਕਾਉਣੀਆਂ ਨੇ ਤੇ ਉਹ ਫਿਰ ਜ਼ਿਆਦਾ ਵੇਚਾਂਗਾ, ਹੋਰ ਨਫਾ ਹੋ ਜਾਏਗਾ, ਕਾਰੋਬਾਰ ਮੈਂ ਆਪਣਾ ਵਧਾਵਾਂ। ਬਹੁਤ ਸਾਰੇ ਮਜ਼ਦੂਰ ਇਹਨੇ ਲਗਾ ਦਿੱਤੇ ਨੇ। ਈਂਧਨ ਅਧਿਕ ਈਟਕਾਂ ਧਰਤੇ, ਪਿਆਰੇ ਉਹ ਬਾਲਣ ਲਿਆਉਣ ਵਾਸਤੇ, ਆਵਿਆਂ 'ਚ ਬਾਲਣ ਢਾਉਣ ਵਾਸਤੇ, ਇਹ ਇੱਟਾਂ ਤਿਆਰ ਕਰਨ ਦੇ ਲਈ, ਮਿੱਟੀ ਪੱਟਣ ਲਈ, ਢੋਣ ਲਈ, ਗੁੰਨਣ ਦੇ ਲਈ ਇਹਨੇ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਗਿਣਤੀ ਵਧਾ ਦਿੱਤੀ ਹੈ ਜੀ। ਗੇਰ ਸਮ ਉੱਚੇ ਚਿਣਕਾ ਕੀਨਾ, ਰਹੇ ਸਕੇਲਤ ਬਹੁਤ ਮਹੀਨਾ। ਔਰ ਇਹਨੇ ਬਹੁਤ ਸਾਰੇ ਨਾ ਕਵੀ ਜੀ ਉਦਾਹਰਨ ਦਿੰਦੇ ਨੇ ਕਿ ਬੜੇ ਪਹਾੜਾਂ ਦੀ ਤਰ੍ਹਾਂ ਉੱਚੇ ਉੱਚੇ ਪਰ ਜਿਹੜੀਆਂ ਇੱਟਾਂ ਨੇ ਉਹ ਚਿਣ ਕੇ ਉਹਨਾਂ ਦੇ ਆਵੇ ਤਿਆਰ ਕੀਤੇ ਨੇ। ਰਹੇ ਸਕੇਲਤ ਬਹੁਤ ਮਹੀਨਾ, ਤੇ ਕਈ ਮਹੀਨੇ ਪਹਿਲਾਂ ਸਾਰੀ ਤਿਆਰੀ ਕਰਦਾ ਰਿਹਾ। ਪਿਆਰੇ ਮਜ਼ਦੂਰ ਲਗਾ ਦਿੱਤੇ, ਕੱਚੀਆਂ ਇੱਟਾਂ ਤਿਆਰ ਹੁੰਦੀਆਂ ਰਹੀਆਂ, ਉਹਨਾਂ ਦੇ ਢੇਰਾਂ ਦੇ ਢੇਰ ਚਿਣ ਕੇ ਲੱਗਦੇ ਰਹੇ ਹਨ ਜੀ। ਲਾਗਤ ਲੱਗਿਓ ਅਧ ਕਹੀ ਦਰਬਾ, ਲੀਨ ਬਣਕ ਤੇ ਰਿਣ ਕਰ ਸਰਬ। ਹੁਣ ਇਹਨਾਂ ਕਾਰੋਬਾਰ ਇਹਨੇ ਵਧਾਇਆ ਤੇ ਪੈਸਾ ਬਹੁਤ ਲੱਗਿਆ ਉਹਨਾਂ ਦਿਨਾਂ ਵਿੱਚ, ਧਨ ਖਰਚਾ ਇਹਦਾ ਬਹੁਤ ਲੱਗਿਆ। ਤੇ ਹੋਇਆ ਕਿ ਕਿਉਂਕਿ ਇਹ ਵਧੀਆ ਇਨਸਾਨ ਸੀ, ਉਧਾਰ ਸੁਧਾਰ ਇਹਦਾ ਚੱਲਦਾ ਰਹਿੰਦਾ ਸੀ, ਇਸ ਕਰਕੇ ਲੀਨ ਬਣਕ ਤੇ ਰਿਣ ਕਰ ਸਰਬਾ, ਇਹਨੇ ਕੁਝ ਕਰਜ਼ਾ ਵੀ ਲੈ ਲਿਆ ਜੀ, ਪੈਸੇ ਉਧਾਰੇ ਲੈ ਲਏ, ਕਈਆਂ ਹੋਰ ਅਮੀਰਾਂ ਦੇ ਕੋਲੋਂ, ਬਾਣੀਆਂ ਦੇ ਕੋਲੋਂ, ਸੇਠਾਂ ਦੇ ਕੋਲੋਂ ਇਹਨੇ ਹੋਰ ਪੈਸੇ ਲੈ ਲਏ। ਇਸ ਕਰਕੇ ਕਿ ਕੋਈ ਗੱਲ ਨਹੀਂ, ਮੈਂ ਇਹ ਪੈਸੇ ਲਗਾ ਰਿਹਾ ਵਾਂ ਤੇ ਕੱਲ ਇਹਦੀਆਂ ਇੱਟਾਂ ਤਿਆਰ ਹੋਣਗੀਆਂ, ਵੇਚਾਂਗਾ, ਨਫਾ ਹੋਵੇਗਾ, ਵਾਪਸ ਕਰ ਦਿਆਂਗਾ। ਕਈਆਂ ਕੋਲੋਂ ਉਧਾਰੇ ਪੈਸੇ ਲੈ ਕੇ ਵੀ ਇਹਨੇ ਆਪਣੀ ਉਸ ਕਾਰੋਬਾਰ 'ਚ ਲਗਾ ਦਿੱਤੇ ਹਨ ਜੀ। ਬਿਕਹਿ ਈਟਕਾਂ ਦੈਬੋ ਤੋਹੇ, ਕੇਤਕ ਮਾਸ ਮਹਿ ਇਹ ਸਿੱਧ ਹੋਏ। ਤੇ ਜਿਹਦੇ ਕੋਲੋਂ ਇਹ ਪੈਸੇ ਲੈਂਦਾ ਉਹਨੂੰ ਕਹਿੰਦਾ ਸੱਜਣਾ ਮੈਂ ਤੇਰੇ ਪੈਸੇ ਮਾਰ ਨਹੀਂ ਲੈਣੇ, ਮੈਂ ਵਾਪਸ ਕਰ ਦੇਣੇ ਨੇ, ਬਸ ਇਹ ਬਿਕਹਿ ਈਟਕਾ ਦੈਬੋ ਤੋਹੇ, ਜਿਸ ਵੇਲੇ ਮੇਰੀਆਂ ਇੱਟਾਂ ਵਿਕ ਜਾਣਗੀਆਂ ਤੇ ਪੈਸੇ ਮੈਂ ਤੈਨੂੰ ਦੇ ਦਿਆਂਗਾ, ਕਿਤਕ ਮਾਸ ਮੈਂ ਥੋੜੇ ਮਹੀਨਿਆਂ ਦੇ ਵਿੱਚ ਮੈਂ ਤੇਰਾ ਕਰਜ਼ਾ ਉਧਾਰ ਤੇਰਾ ਵਾਪਸ ਕਰ ਦੇਵਾਂਗਾ ਜੀ। ਦਰਬ ਉਧਾਰੂ ਲੈ ਕਰ ਸੋਈ, ਦੇ ਤ ਮਜੂਰੀ ਹੋਈ। ਕਿਉਂਕਿ ਹੁਣ ਆਪ ਤੇ ਇਹਨੂੰ ਕਿ ਕੋਈ ਗੱਲ ਨਹੀਂ, ਜਦੋਂ ਇੱਟਾਂ ਵਿਕਣਗੀਆਂ ਉਹਨਾਂ ਦਾ ਉਧਾਰ ਤੇ ਮੈਂ ਉਦੋਂ ਦੇ ਦੇਵਾਂਗਾ, ਪਰ ਜਿਹੜੇ ਮਜ਼ਦੂਰ ਨੇ, ਮਜ਼ਦੂਰੀ ਕਰਨ ਵਾਲੇ, ਉਹ ਤੇ ਸਵੇਰੇ ਆਉਂਦੇ ਨੇ ਤੇ ਸ਼ਾਮਾਂ ਨੂੰ ਕਹਿੰਦੇ ਭਾਈ ਦਿਹਾੜੀ ਦੇ ਸਾਨੂੰ, ਉਹਨਾਂ ਤੇ ਪੈਸੇ ਨਾਲ ਦੀ ਨਾਲ ਹੀ ਲੈਣੇ ਨਾ ਜੀ। ਹੁਣ ਆਪਾਂ ਵੀ ਉੱਥੇ ਘਰ ਬਣਾਉਂਦੇ ਆ, ਰਾਜ ਮਿਸਤਰੀ ਆਉਂਦੇ ਨੇ, ਮਜ਼ਦੂਰ ਆਉਂਦੇ ਨੇ, ਉਹ ਕਹਿੰਦੇ ਸਾਡੀ ਦਿਹਾੜੀ ਦੇ ਦਿਓ, ਨਾਲ ਦੀ ਨਾਲ ਲਈ ਜਾਂਦੇ ਨੇ ਉਹ। ਇਸੇ ਤਰ੍ਹਾਂ ਜਿਹੜੇ ਮਜ਼ਦੂਰ ਨੇ ਉਹ ਮਜ਼ਦੂਰੀ ਕਰਦੇ ਨੇ ਤੇ ਨਾਲ ਦੀ ਨਾਲ ਉਹ ਆਪਣੀ ਮਿਹਨਤ ਲਈ ਜਾਂਦੇ ਨੇ, ਤੇ ਭਾਈ ਬੁੱਧੂ ਜੀ ਉਧਾਰ ਲਿਆ ਕੇ ਵੀ ਉਹਨਾਂ ਦੀ ਮਿਹਨਤ ਨਾਲ ਦੀ ਨਾਲ ਦਈ ਜਾਂਦੇ ਹਨ ਜੀ। ਨਾਰ ਸਹਸਰੀ ਕਾਰ ਕਮਾਵੈ, ਸੰਧਿਆ ਹੋਏ ਦਿਹਾੜੀ ਪਾਵੈ। ਹੁਣ ਸੈਂਕੜੇ ਨਹੀਂ, ਜੇ ਕੰਮ ਬਹੁਤ ਜ਼ਿਆਦਾ ਵੱਧ ਗਿਆ, ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵੀ ਜਿਹੜੀ ਵੱਧ ਗਈ ਹੈ, ਇਸ ਕਰਕੇ ਸੈਂਕੜੇ ਹਜ਼ਾਰਾਂ ਮਜ਼ਦੂਰ ਲਗਾ ਦਿੱਤੇ। ਸੰਧਿਆ ਹੋਏ, ਜਿਸ ਵੇਲੇ ਸ਼ਾਮਾਂ ਪੈਂਦੀਆਂ ਨੇ, ਦਿਹਾੜੀ ਪਾਵੈ, ਉਹ ਆਪਣੀ ਦਿਹਾੜੀ, ਆਪਣੀ ਮਜ਼ਦੂਰੀ ਲੈ ਕੇ ਚਲੇ ਜਾਂਦੇ ਹਨ ਜੀ। ਕੇਤਕ ਮਾਸ ਮੈਂ ਕੀਨ ਮਹਾਨਾ, ਅਗਨ ਲਾਏ ਬੋ ਕਰ ਮਨ ਜਨ। ਹੁਣ ਕੁਝ ਮਹੀਨੇ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਜੀ। ਮਿੱਟੀ ਗੁੰਨ ਕੇ ਜਿਹੜੀਆਂ ਕੱਚੀਆਂ ਇੱਟਾਂ ਨੇ ਉਹ ਤਿਆਰ ਕਰਦੇ ਰਹੇ।
ਆਵਿਆਂ ਦੇ ਅੰਦਰ ਉਹਨਾਂ ਨੂੰ ਚਿਣਦੇ ਰਹੇ। ਜਿਸ ਵੇਲੇ ਕੁਝ ਮਹੀਨੇ ਲੰਘ ਗਏ, ਸਾਰੀ ਤਿਆਰੀ ਹੋ ਗਈ ਹੈ ਜੀ। ਅਗਨ ਲਾਇਬੋ ਕੋ ਮਨ ਜਨ, ਜਦੋਂ ਹੁਣ ਵੇਖਿਆ ਵੀ ਇਹਨਾਂ ਨੂੰ ਅੱਗ ਲਾਉਣ ਦਾ ਸਮਾਂ ਆਇਆ ਹੈ, ਆਵਿਆਂ ਦੇ ਵਿੱਚ ਇੱਟਾਂ ਕੱਚੀਆਂ ਲਿਆ ਕੇ ਚਿਣ ਦਿੱਤੀਆਂ ਨੇ। ਹੁਣ ਆਵੇ ਪਕਾਉਣੇ ਨੇ, ਇੱਟਾਂ ਪਕਾਉਣੀਆਂ ਨੇ ਤੇ ਈਂਧਣ ਬਾਲਣ ਲਗਾ ਕੇ ਹੁਣ ਅੱਗ ਬਾਲਣ ਦਾ ਜਦੋਂ ਵੇਲਾ ਆਉਂਦਾ ਹੈ ਜੀ। ਬੁੱਧੂ ਕਰੂੰ ਵਿਚਾਰ ਉਰਨੀਕੇ, ਪ੍ਰਥਮ ਪੂਜੀਐ ਪਦ ਗੁਰ ਜੀ ਕੇ। ਹੁਣ ਪਿਆਰੇ ਫਿਰ ਭਾਈ ਬੁੱਧੂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ, ਬੁੱਧੂ ਹੁਣ ਇੱਟਾਂ ਪਕਾਉਣ ਦਾ ਵੇਲਾ ਆਇਆ, ਇਹ ਕਾਰਜ ਤਾਂ ਰਾਸ ਹੋਣਾ ਧੰਨ ਗੁਰ ਅਰਜੁਨ ਦੇਵ ਦੇ ਚਰਨਾਂ ਦੀ ਸੇਵਾ ਕਰਕੇ ਅਰਦਾਸ ਕਰਨ ਵਾਲਾ ਹੈ। ਅਰਦਾਸ ਕਰ, ਹੁਣ ਗੱਲ ਤਾਂ ਬਣਨੀ ਹੈ। ਪਿਆਰ ਫਿਰ ਬੇਨਤੀ ਕਰਾਂ ਸਿੱਖਾ, ਕੋਈ ਵੀ ਕਾਰਜ ਕਰਨੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਤੇ ਫਿਰ ਆਰੰਭ ਕਰ, ਗੁਰੂ ਮਿਹਰ ਕਰੇਗਾ, ਗੁਰੂ ਕਿਰਪਾ ਕਰੇਗਾ। ਬੁੱਧੂ ਕਰ ਵਿਚਾਰ ਉਰਨੀਕੇ, ਭਾਈ ਬੁੱਧੂ ਨੇ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕੀਤੀ ਤੇ ਸੋਚਦਾ ਹੈ ਕਿ ਪ੍ਰਥਮ ਪੂਜੀਐ ਪਦ ਗੁਰ ਜੀ ਕੇ, ਕਿ ਪਹਿਲਾਂ ਇਹ ਜਿਹੜੇ ਆਵੇ ਨੇ, ਇਹਨਾਂ ਆਵਿਆਂ ਦੇ ਵਿੱਚ ਅੱਗ ਬਾਲਣ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਲਈਏ ਜੀ। ਹੋਏ ਨਿਰਵਿਘਨ ਸੋ ਕਾਜ ਸਮਾਪਤ, ਇਹ ਮਹਿਮਾ ਸਤ ਸੰਗਤ ਭਾਖਤ। ਕਿਉਂਕਿ ਸਾਰੇ ਸਿੱਖ ਇਹ ਗੱਲ ਕਹਿੰਦੇ ਨੇ, ਸੰਗਤਾਂ ਵੀ ਇਹ ਸਮਝਾਉਂਦੀਆਂ ਨੇ ਕਿ ਜਦੋਂ ਕਾਰਜ ਕਰਨਾ ਗੁਰੂ ਚਰਨਾਂ 'ਚ ਅਰਦਾਸ ਕੀਤੀ ਜਾਏ ਤੇ ਉਹ ਜਿਹੜਾ ਕਾਰਜ ਬਿਨਾਂ ਕਿਸੇ ਵਿਘਨ ਤੋਂ ਸਿਰੇ ਚੜ ਜਾਂਦਾ ਹੈ। ਤਾਂ ਹੀ ਇਹ ਬਚਨ ਸਤਿਗੁਰੂ ਦੀ ਬਾਣੀ ਦੇ ਕਿ ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੀ ਅਰਦਾਸ। ਮਹਾਰਾਜ ਜੀ ਨੇ ਅਸਾਂ ਨੂੰ ਸਮਝਾਇਆ ਕਿ ਗੁਰੂ ਕੇ ਸਿੱਖਾ ਕਾਰਜ ਕਰਨੇ ਤੇ ਆਪਣੇ ਗੁਰੂ ਨੂੰ ਚੇਤੇ ਕਰ ਲਈ, ਗੁਰੂ ਨੂੰ ਅਰਾਧੀ ਅਰਦਾਸ ਕਰਕੇ। ਕਿਉਂ? ਗੁਰ ਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਧਰ ਜੀਅਰ ਇੱਕ ਟੇਕ ਤੂੰ ਲਾਹੇ ਅਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਜਦੋਂ ਗੁਰੂ ਚਰਨਾਂ 'ਚ ਇੱਕ ਮਨ ਇੱਕ ਚੇਤ ਹੋ ਕੇ ਅਰਦਾਸ ਕਰੇਗਾ ਫਿਰ ਗੁਰੂ ਕਿਰਪਾ ਕਰੇਗਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਾਰੀਆਂ ਸੰਗਤਾਂ ਸਾਰੇ ਸਿੱਖ ਇਹ ਗੱਲ ਕਹਿੰਦੇ ਨੇ ਤੇ ਭਾਈ ਬੁੱਧੂ ਜੀ ਕਹਿੰਦਾ ਹੁਣ ਆਵੇ ਪਕਾਉਣੇ ਨੇ ਤੇ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਜੀ। ਏਮ ਮਨ ਠਾਣ ਕੀਨ ਪ੍ਰਸਥਾਨਾ, ਰਾਮਦਾਸਪੁਰ ਦੇਸ਼ ਗੁਰ ਜਾਨਾ। ਇਹ ਸੋਚ ਕੇ ਗੁਰ ਅਰਜੁਨ ਦੇਵ ਮਹਾਰਾਜ ਜੀ ਦੀ ਕਿਰਪਾ ਲੈਣ ਦੇ ਲਈ, ਗੁਰੂ ਚਰਨਾਂ 'ਚ ਅਰਦਾਸ ਕਰਨ ਦੇ ਲਈ, ਗੁਰੂ ਚਰਨਾਂ ਦਾ ਓਟ ਆਸਰਾ ਲੈਣ ਦੇ ਲਈ ਭਾਈ ਬੁੱਧੂ ਜੀ ਲਾਹੌਰ ਤੋਂ ਚੱਲੇ ਨੇ ਜੀ। ਲਾਹੌਰ ਦੇ ਰਹਿਣ ਵਾਲੇ, ਤਿਆਰੀ ਸਾਰੀ ਹੋ ਗਈ ਹੈ, ਇਤੋਂ ਤੁਰ ਪਏ ਨੇ। ਰਾਮਦਾਸਪੁਰ ਦਿਸ ਗੁਰ ਜਾਨਾ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਰਾਮਦਾਸਪੁਰੇ ਨੇ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ। ਪਿਆਰ ਇਹ ਫਿਰ ਅੰਮ੍ਰਿਤਸਰ ਸਾਹਿਬ ਚੱਲ ਕੇ ਆਉਂਦਾ ਹੈ ਜੀ। ਮਗ ਮਹਿ ਨਿਸ ਬਸ ਪਹੁੰਚਿਓ ਆਏ, ਨੀਰ ਕੂਪ ਸੋਂ ਪ੍ਰਥਮ ਨਹਾਏ। ਕਹਿਣ ਲੱਗੇ ਵੀ ਰਸਤੇ ਵਿੱਚ ਇਹਨੂੰ ਇੱਕ ਰਾਤ ਲੱਗ ਗਈ। ਲਾਹੌਰ ਤਾਂ ਆਉਣਾ ਸੀ, ਪੈਦਲ ਹੀ ਆਉਣਾ ਸੀ ਜੀ, ਕਿਉਂਕਿ ਹੁਣ ਤੇ ਚਲੋ ਬੜੇ ਸਾਧਨ ਨੇ, ਕਾਰਾਂ ਨੇ, ਟ੍ਰੇਨਾਂ ਨੇ। ਹੁਣ ਤੇ ਚਲੋ ਜਿਹੜਾ ਸਫ਼ਰ ਦਿਨਾਂ 'ਚ ਹੁੰਦਾ ਸੀ ਹੁਣ ਤੇ ਘੰਟਿਆਂ 'ਚ ਹੋ ਜਾਂਦਾ। ਉਸ ਵੇਲੇ ਪੈਦਲ ਆਉਣਾ ਜਾਣਾ ਸੀ। ਲਾਹੌਰ ਤੋਂ ਚੱਲਿਆ, ਪੈਦਲ ਆਇਆ। ਇੱਕ ਰਾਤ ਇਹਨੂੰ ਰਾਹ ਵਿੱਚ ਲੱਗੀ ਹੈ ਜੀ, ਇੱਕ ਰਸਤਾ ਰਾਹ ਵਿੱਚ ਇਹ ਰਾਤ ਰੁਕਿਆ। ਮਗ ਮੈਂ ਨਿਸਬਸ ਪਹੁੰਚਿਓ ਆਏ ਤੇ ਫਿਰ ਨੇੜੇ ਆ ਗਿਆ। ਜਦੋਂ ਨੇੜੇ ਆਇਆ, ਨੀਰ ਕੂਪ ਸੋ ਪ੍ਰਥਮ ਨਹਾਏ। ਉੱਥੇ ਫਿਰ ਇਹਨੇ ਵੇਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਖੂਹ ਸੀ। ਉਸ ਖੂਹ ਦੇ ਉੱਤੇ ਇਹਨੇ ਇਸ਼ਨਾਨ ਕਰਿਆ ਹੈ ਜੀ। ਅੰਮ੍ਰਿਤਸਰ ਮਹਿ ਕੀਨ ਇਸ਼ਨਾਨਾ, ਜਪਜੀ ਪਾਠ ਸੋ ਪ੍ਰੇਮ ਬਖਾਨਾ। ਤੇ ਫਿਰ ਇਹਨੇ ਆਣ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦਾ ਹੈ, ਉੱਥੇ ਆਣ ਕੇ ਜਪਜੀ ਸਾਹਿਬ ਦਾ ਪਿਆਰ ਦੇ ਨਾਲ ਇਹਨੇ ਪਾਠ ਕੀਤਾ ਹੈ ਜੀ। ਨਿਜ ਮੰਦਰ ਮਹਿ ਸਤਿਗੁਰ ਬੈਸੇ, ਸਦਨ ਬੈਕੁੰਠ ਵਿਸ਼ਨ ਪ੍ਰਭ ਜੈਸੇ। ਔਰ ਵੇਖੋ ਇਹ ਹੁਣ ਸਾਨੂੰ ਵੀ ਸਮਝਾਇਆ ਹੈ, ਅਸੀਂ ਵੀ ਜਾਣਦੇ ਆ ਨਾ ਜੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਤੇ ਮੇਰੇ ਵਰਗਾ ਮੈਂ ਆਪਣੀ ਗੱਲ ਵੀ ਕਰਨਾ, ਅਸੀਂ ਵੀ ਪਿਆਰ ਕੋਈ ਕੰਮ ਹੁੰਦਾ ਤੇ ਤਾਂ ਹੀ ਜਾਈਦਾ। ਤੇ ਜਦੋਂ ਜਾਈਦਾ ਨਾ ਆਪਣੇ ਕੰਮ ਨਾਲ ਮਤਲਬ ਹੁੰਦਾ, ਆਖਦਾ ਕਿ ਚਲ ਮੱਥਾ ਟੇਕ ਚਲੀਏ।
ਪਰ ਕਾਲੀ ਕਾਲੀ ਆਪਾਂ ਜਾਣੇ ਆ ਪਰਿਕਰਮਾ ਕੀਤੀਆਂ। ਜੇ ਸੰਗਤਾਂ ਜ਼ਿਆਦਾ ਨੇ ਤੇ ਕਈ ਵਾਰੀ ਬਾਹਰੋਂ ਹੀ ਮੱਥਾ ਟੇਕ ਕੇ ਆ ਜਾਂਦੇ ਆ ਕਿ ਫਿਰ ਆ ਜਾਵਾਂਗੇ, ਪਰ ਨਹੀਂ। ਅਸਲ ਵਿੱਚ ਪਿਆਰਿਓ, ਸਮਾਂ ਕੱਢ ਕੇ ਉੱਥੇ ਜਾਏ, ਜੋ ਭਾਈ ਬੁੱਧੂ ਜੀ ਨੇ ਕੀਤਾ ਉਵੇਂ ਕਰੇ। ਉੱਥੇ ਜਾ ਕੇ ਪਹਿਲਾਂ ਤੇ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰੇ। ਇਸ਼ਨਾਨ ਕਰਕੇ ਫਿਰ ਉੱਥੇ ਪਿਆਰੇ ਚਾਹੇ ਪਰਿਕਰਮਾ 'ਚ ਬੈਠ ਕੇ, ਚਾਹੇ ਬਾਬਾ ਬੁੱਢਾ ਸਾਹਿਬ ਦਾ ਬੀਰੀ ਹੈ ਉੱਥੇ ਬੈਠ ਕੇ, ਚਾਹੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੇ, ਫਿਰ ਗੱਲ ਬਣਦੀ ਹੈ। ਪਰ ਅਸੀਂ ਜਾਂਦੇ ਹਾਂ ਕਾਹਲੀ ਕਾਹਲੀ, ਫਟਾਫਟ ਮੱਥਾ ਟੇਕਿਆ, ਪਰਿਕਰਮਾ ਕੀਤੀਆਂ ਤੇ ਜਲਦੀ ਹੁੰਦੀ ਆ, ਆਪਾਂ ਆ ਜਾਂਦੇ ਹਾਂ। ਪਰ ਨਹੀਂ, ਭਾਈ ਬੁੱਧੂ ਜੀ ਗਏ, ਇਸ਼ਨਾਨ ਕੀਤਾ। ਔਰ ਇੱਕ ਕਮਾਲ ਦੀ ਬਾਤ ਹੈ, ਉਹਨਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ। ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਨਿਜ ਮੰਦਰ ਮੈਂ ਸਤਿਗੁਰ ਬੈਸੇ। ਸਤਿਗੁਰੂ ਜੀ ਜਿੱਥੇ ਆਪਣੇ ਘਰ ਆਪਣੇ ਆਸਣ ਤੇ ਬੈਠੇ ਹੋਏ ਸਨ, ਭਾਈ ਬੁੱਧੂ ਜੀ ਉੱਥੇ ਫੇਰ ਗਏ। ਇਹ ਕਿੰਨੀ ਵਧੀਆ ਗੱਲ ਅੱਜ ਸਮਝ ਲੱਗੀ ਜੀ। ਗੁਰੂ ਕੇ ਸਿੱਖਾ, ਤੂੰ ਉੱਥੇ ਜਾ ਤੇ ਪਹਿਲਾਂ ਇਸ਼ਨਾਨ ਕਰੀ, ਇਸ਼ਨਾਨ ਕਰਕੇ ਪਰੰਕਟ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰੀ। ਪਾਠ ਕਰਨ ਤੋਂ ਬਾਅਦ ਫਿਰ ਦੇਗ ਲੈ ਕੇ ਤੇ ਫਿਰ ਅੰਦਰ ਜਾਈ ਦਰਬਾਰ ਸਾਹਿਬ, ਫਿਰ ਜਾ ਕੇ ਦਰਸ਼ਨ ਕਰੀ ਤੇ ਵੇਖੀ ਅਸੀਸਾਂ ਮਿਲਦੀਆਂ, ਵੇਖੀ ਗੁਰੂ ਦਇਆ ਕਰਦਾ। ਭਾਈ ਬੁੱਧੂ ਜੀ ਨੇ ਇਸੇ ਤਰ੍ਹਾਂ ਕੀਤਾ ਜੀ। ਕਹਿਣ ਲੱਗੇ ਪਹਿਲਾਂ ਜਪਜੀ ਪਾਠ ਤੋਂ ਪ੍ਰੇਮ ਬਖਾਨਾ, ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ। ਨਿਜ ਮੰਦਰ ਮੈਂ ਸਤਿਗੁਰ ਬੈਸੇ, ਸਦਨ ਬੈਕੁੰਠ ਬਿਸ਼ਨ ਪ੍ਰਭ ਜੈਸੇ। ਧੰਨ ਗੁਰ ਅਰਜੁਨ ਦੇਵ ਮਹਾਰਾਜ ਆਪਣੇ ਸਥਾਨ ਤੇ ਬੈਠੇ ਹੋਏ ਸਨ ਜੀ। ਗਾਏ ਰਬਾਬੀ ਰਾਗਣ ਚਾਰੂ, ਜਿਨ ਸੁਨ ਬੇ ਫਲ ਪਾਏ ਉਧਾਰੂ। ਤੇ ਰਬਾਬੀ ਸਿੰਘ ਗੁਰੂ ਦੀ ਬਾਣੀ ਦਾ ਕੀਰਤਨ ਗਾ ਰਹੇ, ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਹੈ। ਸਤਿਗੁਰੂ ਜੀ ਸੁਭਾਏ ਮਾਲ ਨੇ ਗਾਏ ਰਬਾਬੀ ਰਾਗਣ ਚਾਰੂ, ਸੋਹਣੇ ਢੰਗ ਰਾਗਾਂ ਵਿੱਚ ਕੀਰਤਨ ਹੋ ਰਿਹਾ ਹੈ। ਜਿਨ ਸੁਨਬੇ ਫਲ ਪਾਏ ਉਦਾਰੂ, ਜਿਸ ਕੀਰਤਨ ਨੂੰ ਸੁਣ ਕੇ ਬਹੁਤ ਫਲ ਪ੍ਰਾਪਤ ਹੁੰਦਾ ਹੈ ਜੀ। ਧਨ ਕੋ ਢੇਰ ਅਗਾਰੀ ਪਰਿਓ, ਹੋਤ ਪ੍ਰਾਤ ਤੇ ਜੇ ਤਕ ਚਰਿਓ। ਜਦੋਂ ਭਾਈ ਬੁੱਧੂ ਜੀ ਨੇ ਦੇਖਿਆ ਕਿ ਸਵੇਰ ਤੋਂ ਸੰਗਤਾਂ ਬਹੁਤ ਆਈਆਂ ਹੋਣਗੀਆਂ, ਗੁਰੂ ਚਰਨਾਂ 'ਚ ਉਹਨਾਂ ਭੇਟਾਵਾਂ ਅਰਪਣ ਕੀਤੀਆਂ, ਮੱਥਾ ਟੇਕਿਆ, ਜੋ ਤਿਰਫੁਲ ਲੈ ਕੇ ਆਏ ਸਤਿਗੁਰਾਂ ਦੇ ਸਨਮੁਖ, ਧਨ ਕੋ ਢੇਰ ਅਗਾਰੀ ਪਰਿਓ। ਧਨ ਦਾ ਮਾਇਆ ਦਾ ਢੇਰ ਲੱਗਿਆ ਹੋਇਆ ਹੈ, ਜੋ ਸੰਗਤਾਂ ਹੋਤ ਪਰਾਤ ਤੇ, ਕਿਉਂਕਿ ਸਵੇਰ ਤੋਂ ਸੰਗਤਾਂ ਆ ਰਹੀਆਂ ਨੇ, ਜੋ ਉਹਨਾਂ ਨੇ ਭੇਟਾਵਾਂ ਅਰਪਣ ਕੀਤੀਆਂ ਹਨ ਜੀ। ਦਾਸ ਚਵਰ ਲੈ ਸੀਸ ਟਰਾਵੈ, ਆਸਨ ਪਰ ਚਿਤ ਗੁਰ ਦੁੱਤ ਪਾਵੈ। ਇੱਕ ਚੌਰ ਬਰਦਾਰ ਧੰਨ ਗੁਰ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਸੀਸ ਉਤੇ ਚੌਰ ਸਾਹਿਬ ਦੀ ਸੇਵਾ ਨਿਭਾ ਰਿਹਾ, ਚੌਰ ਕਰਦਾ ਪਿਆ। ਸਤਿਗੁਰੂ ਜੀ ਆਪਣੇ ਸਿੰਘਾਸਨ ਤੇ ਸਬਾਏ ਮਾਣ ਨੇ। ਸਤਿਗੁਰੂ ਜੀ ਬੈਠੇ ਹੋਏ, ਸੰਗਤਾਂ ਆ ਰਹੀਆਂ, ਦਰਸ਼ਨ ਕਰ ਰਹੀਆਂ, ਭੇਟਾ ਰੱਖਦੀਆਂ, ਮੱਥਾ ਟੇਕਦੀਆਂ। ਚੌਰ ਬਰਦਾਰ ਸਤਿਗੁਰਾਂ ਦੇ ਸੀਸ ਉੱਤੇ ਚੌਰ ਦੀ ਸੇਵਾ ਕਰ ਰਿਹਾ ਹੈ ਜੀ। ਸਿੱਖ ਸੰਗਤ ਚਾਰੋਂ ਦਿਸ ਦਰਸੈ, ਮੋਨ ਗਨ ਮਨਹੁ ਸ਼ੰਭ ਵਿਸ ਪਰਸੈ। ਸਾਰੀਆਂ ਸੰਗਤਾਂ ਆਲੇ ਦੁਆਲੇ ਸਾਹਿਬ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸੁਭਾਏ ਮਾਣ ਨੇ, ਬੈਠੀਆਂ ਹੋਈਆਂ ਨੇ। ਕਿ ਜਿਵੇਂ ਕਵੀ ਜੀ ਕੋ ਉਦਾਹਰਨ ਦੇ ਰਹੇ ਨੇ, ਉਹ ਕਹਿੰਦੇ ਨੇ ਰਿਸ਼ੀ ਮੁਨੀਆਂ ਦੇ ਸਮੂਹ ਦੇ ਵਿੱਚ ਜਿਵੇਂ ਸ਼ਿਵ ਜੀ ਬੈਠੇ ਹੁੰਦੇ ਨੇ, ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਇੰਦਰ ਬੈਠਾ ਹੁੰਦਾ ਹੈ, ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ ਚੰਦਰਮਾ ਹੁੰਦਾ ਹੈ, ਇਸੇ ਤਰ੍ਹਾਂ ਸਿੱਖਾਂ ਦੀ ਸਭਾ ਵਿੱਚ ਧੰਨ ਗੁਰ ਅਰਜੁਨ ਦੇਵ ਮਹਾਰਾਜ ਸੁਭਾਈਮਾਨ ਹਨ ਜੀ। ਬੁੱਧੂ ਜਾਏ ਉਪਾਇਨ ਧਰੀ, ਤਬ ਅਰਦਾਸ ਮੇਵਰੇ ਕਰੀ। ਭਾਈ ਬੁੱਧੂ ਜੀ ਗਏ, ਜਾ ਕੇ ਉੱਥੇ ਭੇਟਾ ਰੱਖੀ ਜੀ, ਅਰਪਣ ਕੀਤੀ। ਹੁਣ ਅਸੀਂ ਵੀ ਜਾਣਦੇ ਆ ਨਾ ਜੀ, ਵੇਖੋ ਉੱਥੇ ਅਰਦਾਸੀਆ ਸਿੰਘ ਬੈਠਾ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ, ਜਾਂ ਸਿੰਘ ਸਾਹਿਬ ਜੋ ਤਾਬਿਆ ਬੈਠੇ ਹੁੰਦੇ ਨੇ, ਜਾਂ ਨੇੜੇ ਚੌਰ ਬਰਦਾਰ ਬੈਠਾ ਹੁੰਦਾ ਹੈ, ਅਸੀਂ ਵੀ ਜਾਣਦੇ ਆ ਨਾ। ਤੇ ਜਾ ਕੇ ਜਿਹਦੀ ਕੋਈ ਭਾਵਨਾ ਹੋਵੇ ਉਹ ਫਿਰ ਉੱਥੇ ਜਾ ਕੇ ਮੱਥਾ ਟੇਕਦਾ ਹੈ, ਤੇ ਫਿਰ ਕਹਿੰਦਾ ਨਾ ਕਿ ਸਾਡੀ ਅਰਦਾਸ ਕਰ ਦਿਓ, ਮੈਂ ਇਸ ਕਾਰਜ ਲਈ ਅਰਦਾਸ ਕਰਵਾਉਣੀ ਹੈ। ਫਿਰ ਉੱਥੇ ਅਰਦਾਸ ਵੀ ਹੁੰਦੀ ਹੈ, ਜਿਹੜਾ ਵੀ ਜਾਏ ਭਾਵਨਾ ਦੇ ਨਾਲ ਉੱਥੇ ਅਰਦਾਸ ਕਰਦੇ ਨੇ। ਅਰਦਾਸੀ ਸਿੰਘ ਹਰ ਵੇਲੇ ਉੱਥੇ ਬੈਠੇ ਹੁੰਦੇ ਨੇ। ਕਈ ਵਾਰੀ ਸਿੰਘ ਸਾਹਿਬ ਤਾਬਿਆ ਬੈਠੇ ਬੈਠੇ ਵੀ ਅਰਦਾਸ ਕਰ ਦਿੰਦੇ ਨੇ। ਇਸ ਕਰਕੇ ਇਸੇ ਤਰ੍ਹਾਂ ਭਾਈ ਬੁੱਧੂ ਜੀ ਗਏ, ਉਹਨਾਂ ਭੇਟਾ ਅਰਪਣ ਕੀਤੀ, ਮੱਥਾ ਟੇਕਿਆ। ਤੇ ਜਿਹੜਾ ਉੱਥੇ ਪਿਆਰਿਓ ਸਤਿਗੁਰੂ ਜੀ ਨੂੰ ਦੱਸਣ ਵਾਲਾ ਸੀ ਨਾ ਕਿ ਮੇਵੜਾ, ਕਿ ਮਹਾਰਾਜ ਆ ਸਿੱਖ ਆਇਆ, ਆ ਭੇਟਾ ਲੈ ਕੇ ਆਇਆ, ਇਹਦੀ ਆ ਅਰਦਾਸ ਹੈ।
ਪਿਆਰ ਉਹਨੂੰ ਜਾ ਕੇ ਇਹ ਮਿਲਿਆ ਹੈ ਜੀ। ਸ੍ਰੀ ਗੁਰ ਜੀ ਇਹ ਸਿੱਖ ਤੁਮਾਰਾ ਜਾਚ ਤਰਾਬਰ ਸਿਦਕ ਉਧਾਰਾ। ਉਹਨੇ ਫਿਰ ਜਿਹੜਾ ਸੀ ਮੇਵੜਾ ਉਹਨੇ ਅੱਗੋਂ ਆਖਿਆ ਧੰਨ ਗੁਰ ਅਰਜੁਨ ਦੇਵ ਜੀ ਇਹ ਆਪ ਜੀ ਦਾ ਬੜਾ ਪਿਆਰ ਵਾਲਾ ਸਿੱਖ ਏ, ਬੜਾ ਸਿਦਕ ਵਾਲਾ ਏ, ਤੁਹਾਡੇ ਚਰਨਾਂ ਤੇ ਬੜਾ ਭਰੋਸਾ ਏ, ਲਾਹੌਰ ਤੋਂ ਚੱਲ ਕੇ ਆਇਆ, ਤੁਹਾਡੇ ਸਨਮੁਖ ਅਰਦਾਸ ਕਰਨ ਵਾਸਤੇ ਆਇਆ। ਮਹਾਰਾਜ ਜੀ ਕਹਿੰਦੇ ਨੇ ਕੀ ਅਰਦਾਸ ਹੈ? ਭਾਈ ਬੁੱਧੂ ਜੀ ਪਰ ਕੀ ਬੇਨਤੀ ਕਰਦੇ ਨੇ, ਅੱਗੇ ਕੀ ਕਲਾ ਵਰਤਦੀ ਹੈ, ਇਹ ਆਪ ਜੀ ਨੇ ਕੱਲ ਦੇ ਦੀਵਾਨਾ ਅੰਦਰ ਸਰਵਣ ਕਰਨਾ ਜੀ। ਇਹਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਬੇਅੰਤ ਭੁੱਲਾਂ ਮਾਫ ਕਰਨੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।